ਪ੍ਰੀਤਨਾਮਾ ਟੀਵੀ ਨਾਲ ਜੁੜਨ ਲਈ ਤੇ ਆਪਣੇ ਕਾਰੋਬਾਰ ਸੰਬੰਧੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ preetnamausa@gmail.com। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਸਾਰਿਆਂ ਦਾ ਪ੍ਰੀਤਨਾਮਾ ਦੇ ਮੰਚ ਦੇ ਉੱਪਰ। ਫਿਰ ਹਾਜ਼ਰ ਹਾਂ ਤੁਹਾਡੇ ਨਾਲ ਗੱਲਬਾਤ ਕਰਨ ਲਈ ਤੇ ਤੁਹਾਡੇ ਨਾਲ ਜੋ ਵੀ ਸਾਡੇ ਹਾਲਾਤ ਨੇ ਉਹ ਸਾਂਝੇ ਕਰਨ ਲਈ ਤੇ ਜੋ ਵੀ ਸਿਚੁਏਸ਼ਨ ਇਸ ਵਕਤ ਚੱਲ ਰਹੀ ਹੈ ਉਸ ਬਾਰੇ ਜਾਣਕਾਰੀ ਦੇਣ ਲਈ। ਸੋ ਇਸ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਹੈਗੀ ਉਹ ਮੈਂ ਪਹਿਲਾਂ ਦੱਸਦਾ ਕਿ ਤੁਸੀਂ ਫੋਨ ਰਾਹੀਂ ਜਿੱਦਾਂ ਅੱਗੇ ਜੁੜ ਸਕਦੇ ਹੋ। ਸਾਡਾ ਫੋਨ ਨੰਬਰ ਸਾਰਿਆਂ ਨੂੰ ਪਤਾ ਹੈ +1 201 312 4180। ਸੋ ਕਾਲ ਕਰਕੇ ਤੁਸੀਂ ਸਾਡੇ ਨਾਲ ਜੁੜ ਵੀ ਸਕਦੇ ਹੋ ਅਗਰ ਜੁੜਨਾ ਚਾਹੋ। ਪਰ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਫਾਰਮਰਸ ਬਾਰੇ, ਜੋ ਕਿ ਕੱਲ ਇੰਡੀਆ ਦੇ ਹਿਸਾਬ ਸਾਡੇ ਹਿਸਾਬ ਨਾਲ ਕੱਲ ਹੈ, ਇੰਡੀਆ ਦੇ ਹਿਸਾਬ ਦੇ ਨਾਲ ਪਰਸੋਂ ਕਹਿ ਸਕਦੇ ਹਾਂ। ਸੇਵ ਫਾਰਮਰ ਸੇਵ ਡੈਮੋਕ੍ਰੇਸੀ ਦੇ ਅੰਡਰ ਜੋ ਕੁਝ ਵੀ ਕੱਲ ਹੋਇਆ ਪੰਜਾਬ ਦੇ ਵਿੱਚ, ਹਰੇਕ ਸਟੇਟ ਦੇ ਵਿੱਚ ਫਾਰਮਰਸ ਨੇ ਅੰਦੋਲਨ ਦਾ ਇੱਕ ਨਵਾਂ ਸਟੈਪ, ਨਵਾਂ ਮੋੜ ਕਹਿ ਸਕਦੇ ਹਾਂ ਅੰਦੋਲਨ ਦੇ ਵਿੱਚ ਆਇਆ ਹੈ। 7 ਮੰਥ ਹੋ ਗਏ ਸਾਡੇ ਕਿਸਾਨਾਂ ਨੂੰ ਅੰਦੋਲਨ ਕਰਦਿਆਂ, ਪਰ ਕਿਸਾਨ ਜਿਹੜੀ ਸਰਕਾਰ ਹੈ ਉਹਦੇ ਕੰਨਾਂ ਦੇ ਉੱਪਰ ਜੋ ਵੀ ਨਹੀਂ ਸਕਦੀ, ਕੋਈ ਅਸਰ ਹੀ ਨਹੀਂ ਹੋਇਆ ਉਹਨਾਂ ਨੂੰ। ਤੇ ਸਾਡੇ ਕਿਸਾਨ ਵੀਰ ਜਿਹੜੇ ਨੇ ਉਹ ਲਗਾਤਾਰ ਜਿਹੜੇ ਨੇ 7 ਮੰਥ ਤੋਂ ਭੁੱਖ ਪਿਆਸ ਗਰਮੀ ਸਰਦੀ ਹਨੇਰੀ ਝੱਲਦੇ ਹੋਏ ਆਪਣੇ ਅੰਦੋਲਨ ਦੇ ਵਿੱਚ ਆਪਣੇ ਮੋਰਚੇ ਦੇ ਉੱਪਰ ਛੁੱਟੇ ਹੋਏ। ਕਈ ਮੇਰੇ ਕਿਸਾਨ ਵੀਰ ਭੈਣਾਂ ਜਿਹੜੇ ਨੇ ਇਹਦੇ ਵਿੱਚ ਸ਼ਹਾਦਤਾਂ ਵੀ ਪਾ ਗਏ ਨੇ। ਪਰ ਅੱਜ ਅਸੀਂ ਗੱਲ ਕਰ ਰਹੇ ਹਾਂ ਉਹ ਸਭ ਦੀ ਅੱਜ ਤੁਹਾਨੂੰ ਦੱਸਣ ਬਾਰੇ ਕਿ ਕੀ ਸਿਚੁਏਸ਼ਨ ਹੈ, ਕੀ ਹੋ ਰਿਹਾ ਤੇ ਕੀ ਹਾਲਾਤ ਨੇ ਤੇ ਕੱਲ ਜੋ ਵੀ ਹੋਇਆ ਉਹ ਉਸਦਾ ਕੀ ਅਸਰ ਆ ਤੇ ਉਸਦਾ ਕਾਰਨ ਕੀ ਸੀ। ਤੇ ਇਹਦੇ ਨਾਲ ਇਸ ਵਿੱਚ ਸ਼ੋਅ ਵਿੱਚ ਸਾਡੇ ਨਾਲ ਗੱਲ ਕਰਨ ਲਈ ਜੁੜੇ ਨੇ ਅਰੁਣਾ ਸਿੰਘ ਜੀ, ਜਿਹਦੇ ਨਾਲ ਤੁਸੀਂ ਅੱਗੇ ਵੀ ਤੁਹਾਨੂੰ ਹਮੇਸ਼ਾ ਜਾਣਕਾਰੀ ਦਿੰਦੇ ਰਹੇ ਹਨ, ਜੋ 24 ਕਿਸਾਨ 24 ਆਵਰਸ ਤੇ ਓਨਰ ਨੇ ਤੇ 30 ਸਾਲ ਤੋਂ ਇਹ ਜਰਨਲਿਸਟ ਦਾ ਕੰਮ ਕਰ ਰਹੇ ਨੇ, ਪੂਰਾ ਐਕਸਪੀਰੀਅੰਸ ਹੈ। ਤੇ ਜਦੋਂ ਦਾ ਕਿਸਾਨ ਅੰਦੋਲਨ ਸ਼ੁਰੂ ਹੋਇਆ ਉਸ ਵਕਤ ਉਹਨਾਂ ਦੇ ਨਾਲ ਹੀ ਖੜੇ ਹੋਇਆ। ਨਾਲ ਹੀ ਨਾਲ ਸਾਡੇ ਰੋਮਾ ਕੱਕੜ ਜੀ ਨੇ ਜੋ ਜਰਨਲਿਸਟ ਨੇ ਤੇ ਕਿਸਾਨਾਂ ਦੀ ਕਵਰੇਜ ਲਈ 7 ਮੰਥ ਤੋਂ ਉਹਨਾਂ ਦੇ ਨਾਲ ਲਗਾਤਾਰ ਮੋਢੇ ਨਾਲ ਮੋਢਾ ਮਿਲਾ ਕੇ ਖੜੇ ਨੇ, ਸਾਥ ਵੀ ਦੇ ਰਹੇ ਨੇ ਤੇ ਉਹਨਾਂ ਨੂੰ ਕਵਰਿੰਗ ਵੀ ਦੇ ਰਹੇ ਨੇ। ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ ਸੁਵਿੰਦਰ ਜੀ, ਜਿਹੜੇ ਕਿ ਯੁਵਾ ਕਿਸਾਨ ਨੇਤਾ ਨੇ ਤੇ ਥੋੜੀ ਦੇਰ ਤੱਕ ਸਾਡੇ ਨਾਲ ਜੁੜ ਜਾਣਗੇ। ਤੇ ਡਾਕਟਰ ਰਾਜਵਿੰਦਰ ਕੌਰ, ਡਾਇਰੈਕਟਰ ਆਫ ਕਮਿਊਨਿਟੀ ਅਫੇਅਰਸ ਵਿਦ ਦ ਸਟੇਟ ਅਸੈਂਬਲੀ, ਤੇ ਕਮਿਊਨਿਟੀ ਐਕਟਿਵਿਸਟ ਵੀ ਨੇ ਤੇ ਸੋਸ਼ਲ ਵਰਕ ਵੀ ਬਹੁਤ ਕਰਦੇ ਨੇ। ਤੇ ਅੱਜ ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਡਾਕਟਰ ਰੋਜ਼ ਜੀ, ਪਹਿਲਾਂ ਤਾਂ ਸਵਾਗਤ ਹੈ ਜੀ ਸਾਰਿਆਂ ਦਾ ਤੁਹਾਡਾ ਪ੍ਰੀਤਨਾਮਾ ਦੇ ਮੰਚ ਤੇ। ਅਰੁਣਾ ਜੀ, ਰੋਜ਼ ਜੀ, ਰੋਮਾ ਜੀ। ਸੋ ਸੁਵਿੰਦਰ ਜੀ ਸਾਡੇ ਨਾਲ ਹੁਣੇ ਜੁੜ ਜਾਣਗੇ ਤੇ ਰਵੀ ਆਜ਼ਾਦ ਜੀ ਕਿਸੇ ਵਜ੍ਹਾ ਨਾਲ ਮੀਟਿੰਗ ਦੇ ਵਿੱਚ ਨੇ, ਮੇਬੀ ਤੇ ਜਲਦੀ ਸਾਡੇ ਨਾਲ ਉਹ ਵੀ ਜੁੜਨਗੇ। ਰਵੀ ਆਜ਼ਾਦ ਜੀ ਸੰਘੂ ਬਾਰਡਰ ਤੋਂ ਨੇ। ਸੋ ਰਾਜਵਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰਾਜਵਿੰਦਰ ਕੌਰ ਜੀ, ਮੈਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਕਰਨੀ ਚਾਹਾਂਗੀ ਕਿਉਂਕਿ ਤੁਸੀਂ ਜਿਵੇਂ ਦੱਸਿਆ ਸੀ ਕਿ ਤੁਹਾਡੇ ਕੋਲ ਥੋੜਾ ਜਿਹਾ ਟਾਈਮ ਘੱਟ ਹੈ, ਮੀਟਿੰਗ ਹੈ। ਸੋ ਮੈਂ ਤੁਹਾਡੇ ਨਾਲ ਬਾਤ ਕਰਨਾ ਚਾਹਾਂਗੀ ਕਿ ਤੁਸੀਂ ਕਿਸਾਨਾਂ ਦੇ ਬਾਰੇ ਕਿਤਾਬ ਲਾਂਚ ਕੀਤੀ ਹੈ ਜੀ। ਹਾਂਜੀ, ਤੇ ਮੈਂ ਵੀ ਪੜ੍ਹੀ ਹੈ, ਮੈਨੂੰ ਵੀ ਅੱਛੀ ਲੱਗੀ ਹੈ ਬਹੁਤ। ਪਰ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹਾਂਗੀ ਕਿ ਇਹ ਆਡੀਓ ਕਿਤਾਬ ਜਿਹੜੀ ਤੁਸੀਂ ਕੀਤੀ ਉਹਦਾ ਕੀ ਪਰਪਸ ਸੀ ਤੇ ਕਿਵੇਂ ਕੀਤਾ ਇਹ ਸਭ ਕੁਝ ਤੁਸੀਂ, ਪਰਪਸ ਕੀ ਸੀ ਉਸ ਚੀਜ਼ ਦਾ? ਸ਼ੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਦੇਖਣ ਵਾਲੇ ਸਰੋਤਿਆਂ ਦਾ ਧੰਨਵਾਦ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਸੀਂ ਐਕਚੁਅਲੀ ਜਿਹੜੀ ਬੁੱਕ ਪਬਲਿਸ਼ ਕੀਤੀ ਹੈ ਉਹ ਇਸ ਲਈ ਕੀਤੀ ਆ ਕਿ ਜਦੋਂ ਅਸੀਂ ਬਹੁਤ ਸਾਰੇ ਪ੍ਰੋਟੈਸਟ ਕਰ ਰਹੇ ਸੀ ਨਾ ਨਿਊਯਾਰਕ ਦੇ ਵਿੱਚ ਕਿਸਾਨਾਂ ਦੇ ਲਈ, ਉਸ ਵੇਲੇ ਸਾਨੂੰ ਵੱਖ-ਵੱਖ ਕਮਿਊਨਿਟੀ ਦੇ ਲੋਕ ਸਵਾਲ ਕਰ ਰਹੇ ਸੀ ਕਿ ਹੈ ਕੀ ਚੀਜ਼ ਆ। ਜਦੋਂ ਅਸੀਂ ਉਹਨਾਂ ਨੂੰ ਕਹਿੰਦੇ ਸੀ ਕਿ ਸਾਡੇ ਇੱਕ ਬਿੱਲ ਪਾਸ ਹੋਏ ਨੇ, 3 ਆਰਡੀਨੈਂਸ ਆਏ ਨੇ ਇੰਡੀਆ ਦੇ ਵਿੱਚ, ਫਾਰਮਰ ਦੇ ਅਗੇਂਸਟ ਨੇ, ਉਹਨਾਂ ਦੇ ਹੱਕ ਵਿੱਚ ਨਹੀਂ ਹੈਗੇ, ਤੇ ਉਹ ਗੂਗਲ ਕਰਦੇ ਸੀ। ਫਿਰ ਜਦੋਂ ਗੂਗਲ ਕਰਦੇ ਸੀ ਤਾਂ ਗੂਗਲ ਦੇ ਉੱਤੇ ਕੁਛ ਇਨਫੋਰਮੇਸ਼ਨ ਜਿਹੜੀ ਸੀ ਉਹ ਕਿਸਾਨਾਂ ਦੇ ਹੱਕ ਵਿੱਚ ਸੀ ਤੇ ਕੁਛ ਜਿਹੜੀ ਸੀ ਉਹ ਸਰਕਾਰ ਨੇ ਆਪਣੇ ਹੱਕ ਵਿੱਚ ਪਾਈ ਸੀ, ਹੈ ਨਾ। ਦੋ ਤਰ੍ਹਾਂ ਦੀ ਚੀਜ਼ ਨਾਲ ਉਹ ਕਨਫਿਊਜ਼ ਹੋ ਰਹੇ ਸੀ ਲੋਕ ਕਿ ਅਸਲ 'ਚ ਹੈ ਕੀ ਆ। ਲੋਕਾਂ ਨੂੰ ਇਹ ਸਮਝ ਨਹੀਂ ਆ ਰਹੀ ਸੀ ਕੌਣ ਸਹੀ ਕੌਣ ਗਲਤ, ਅਸਲ 'ਚ ਕੀ ਹੋ ਰਿਹਾ।
ਇਸ ਲਈ ਫਿਰ ਅਸੀਂ ਜਿਹੜੀ ਮੇਰੇ ਦੋਸਤ ਹੈਗੀ ਹੈ ਜਪਨੀਤ ਸਿੰਘ ਪਲਾਹਾ, ਉਹ ਰਾਈਟਰ ਨੇ, ਤੇ ਮੈਂ ਤੇ ਉਹ ਅਸੀਂ ਦੋਨੋਂ ਗੱਲ ਕਰ ਰਹੇ ਸੀਗੇ ਕਿਵੇਂ ਏਦਾਂ ਲੋਕਾਂ ਨੂੰ ਸਾਰਿਆਂ ਨੂੰ ਦੱਸਿਆ ਜਾਵੇ ਕਿ ਅਸਲ 'ਚ ਕੀ ਚੀਜ਼ ਹੈ, ਸੱਚ ਕੀ ਹੈ। ਫਿਰ ਅਸੀਂ ਇਹਨੂੰ ਬੁੱਕ ਦੇ ਜ਼ਰੀਏ ਅਸੀਂ ਇਹਨੂੰ ਸਾਰਾ ਕੁਝ ਰਿਸਰਚ ਕਰਕੇ ਜੋ ਸੱਚ ਸੀਗਾ ਉਹ ਅਸੀਂ ਕੰਪਾਈਲ ਕਰਕੇ ਬੁੱਕ ਦੇ ਵਿੱਚ ਪਾ ਦਿੱਤਾ ਕਿ ਜਿਹੜੀ ਚੀਜ਼ ਆ ਹੁਣ ਇਹ ਸਿੱਧੀ ਸਿੱਧੀ ਪਤਾ ਚੱਲ ਸਕੇ ਕਿ ਇਹ ਆਰਡੀਨੈਂਸ ਜਿਹੜੇ ਨੇ ਕੀ ਨੇ, ਇਹਨਾਂ ਦਾ ਕੀ ਨੁਕਸਾਨ ਹੈ, ਇਹ ਜਿੱਥੇ ਆਲਰੇਡੀ ਇੰਪਲੀਮੈਂਟ ਹੋਏ ਨੇ ਉੱਥੇ ਕੀ ਨੁਕਸਾਨ ਹੋ ਰਿਹਾ ਆ, ਇਹਦੇ ਨਾਲ ਗਵਰਨਮੈਂਟ ਦਾ ਕੀ ਫਾਇਦਾ ਹੋ ਰਿਹਾ, ਇਹਦੇ ਨਾਲ ਕਿਸਾਨਾਂ ਦਾ ਕੀ ਨੁਕਸਾਨ ਹੋ ਰਿਹਾ, ਉਹ ਸਾਰਾ ਕੁਝ ਜਿਹੜਾ ਸੀਗਾ ਇਹਦੇ ਵਿੱਚ ਕੰਪਾਈਲ ਕਰਕੇ ਇੱਕ ਜਿਹੜੀ ਟਰੂਥ ਸੀਗੀ ਉਹ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਔਰ ਇਹਦੇ ਚ ਪਾ ਦਿੱਤਾ। ਨਾਲ ਦੀ ਨਾਲ ਹੀ ਤੁਸੀਂ ਦੇਖੋ ਕਿ ਜਿਹੜੇ ਲੋਕ ਬੀਜੇਪੀ ਦੇ ਲੋਕ ਨੇ ਜਾਂ ਸਰਕਾਰ ਦੇ ਲੋਕ ਨੇ ਜਾਂ ਜਿਨ੍ਹਾਂ ਨੂੰ ਇਹ ਪਸੰਦ ਨਹੀਂ ਹੈਗੀ, ਕਿਸਾਨ ਵਿਰੋਧੀ ਨੇ, ਉਹਨਾਂ ਦੇ ਨਾਲ ਹੀ ਰਿਲੇਟ ਸਾਡੇ ਇੱਥੇ ਇੱਕ ਨਿਊਜ਼ਪੇਪਰ ਹੈਗੀ ਆ ਆਪਣਾ ਪੰਜਾਬ, ਉਹਦੇ ਐਡੀਟਰ ਨੇ ਗੁਰਮੀਤ ਸਿੰਘ, ਤੇ ਉਹਨਾਂ ਨੇ ਉਹ ਪਹਿਲਾਂ ਵੀ ਫੇਕ ਨਿਊਜ਼ ਲਾਉਂਦੇ ਨੇ ਲੋਕਾਂ ਦੀਆਂ, ਉਹਨਾਂ ਨੂੰ ਇਸ ਚੀਜ਼ ਦੇ ਉੱਤੇ ਉਹਨਾਂ ਨੇ ਸਾਡੇ ਤੇ ਕਿੰਤੂ ਪ੍ਰੰਤੂ ਕੀਤਾ, ਬਹੁਤ ਆਪਣੇ ਨਿਊਜ਼ਪੇਪਰ 'ਚ ਫੇਕ ਆਰਟੀਕਲ ਪਾਏ ਵੀ ਅਸੀਂ ਫੰਡ ਰੇਜ਼ ਕੀਤਾ, ਅਸੀਂ ਕਿਸਾਨਾਂ ਦੇ ਨਾਮ ਤੇ ਆ ਕੀਤਾ, ਅਸੀਂ ਉਹ ਕੀਤਾ, ਕਿਉਂਕਿ ਦੇਖੋ ਹਰ ਜਗ੍ਹਾ ਤੇ ਸਰਕਾਰ ਦੇ ਬੰਦੇ ਬੈਠੇ ਹੋਏ ਨੇ ਤੇ ਉਹਨਾਂ ਨੂੰ ਆਫ ਕੋਰਸ ਉਹ ਗੱਲ ਚੁੱਭੂਗੀ ਕਿ ਜੇ ਅਸੀਂ ਸੱਚ ਲਿਖ ਦਿੱਤੀ ਹੋਈ ਆ, ਤੇ ਉਹ ਵੀ ਸਾਨੂੰ ਕਿੰਤੂ ਪ੍ਰੰਤੂ ਕਰਦੇ ਨੇ, ਪਰ ਅਸੀਂ ਪਰਵਾਹ ਨਹੀਂ ਕਰਦੇ ਕਿਸੇ ਦੀ। ਅਸੀਂ ਕਿਸਾਨਾਂ ਦੇ ਨਾਲ ਆ, ਅਸੀਂ ਕਿਸਾਨਾਂ ਦੇ ਹੱਕ ਵਿੱਚ ਆ, ਅਸੀਂ ਜੋ ਸਾਡੇ ਤੋਂ ਅੱਗੇ ਹੋਊਗਾ ਅਸੀਂ ਉਹ ਵੀ ਕਿਸਾਨਾਂ ਦੇ ਲਈ ਕਰਾਂਗੇ। ਬਟ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਇੰਡੀਆ ਦੇ ਵਿੱਚ ਡੈਮੋਕ੍ਰੇਸੀ ਨਾਮ ਦੀ ਕੋਈ ਚੀਜ਼ ਹੈ ਨਹੀਂ। ਜੇ ਇੰਡੀਆ ਦੇ ਵਿੱਚ ਇੱਕ ਡੈਮੋਕ੍ਰੇਸੀ ਹੁੰਦੀ ਤੇ ਗਵਰਨਮੈਂਟ ਨੂੰ ਚਾਹੀਦਾ ਸੀਗਾ ਕਿ ਤੁਸੀਂ ਕਿਸਾਨਾਂ ਦੇ ਨਾਲ ਬੈਠ ਕੇ ਇਹਨੂੰ ਡਿਸਕਸ ਕਰੋ ਕਿ ਇਹ ਬਿੱਲ ਗਲਤ ਕਿਉਂ ਨੇ, ਜਿੱਥੇ ਇੰਪਲੀਮੈਂਟ ਹੋਏ ਨੇ ਉੱਥੇ ਕੀ ਹਾਲਾਤ ਨੇ। ਫਿਰ ਤੁਸੀਂ ਕਿਸਾਨ ਕਹਿੰਦੇ ਕਿ ਸਾਨੂੰ ਪਸੰਦ ਨਹੀਂ ਹੈ, ਓਕੇ, ਤੁਹਾਨੂੰ ਨਹੀਂ ਚੀਜ਼ ਪਸੰਦ ਤੇ ਅਸੀਂ ਤੁਹਾਨੂੰ ਥੋਪ ਨਹੀਂ ਸਕਦੇ ਜ਼ਬਰਦਸਤ, ਇਟਸ ਓਕੇ। ਸੋ ਮੈਨੂੰ ਲੱਗਦਾ ਕਿ ਜਿਹੜੀ ਸਰਕਾਰ ਆ ਉਹ ਲੋਕਾਂ ਦੇ ਦੁਆਰਾ ਬਣਾਈ ਜਾਂਦੀ ਆ, ਔਰ ਜੇ ਲੋਕ ਵੋਟ ਪਾਉਂਦੇ ਆ ਤੇ ਸਰਕਾਰ ਬਣਦੀ ਆ, ਤੇ ਜਿਹੜੀ ਸਰਕਾਰ ਆ ਉਹ ਲੋਕਾਂ ਦੇ ਲਈ ਹੁੰਦੀ ਆ, ਔਰ ਸਰਕਾਰ ਨੂੰ ਲੋਕਾਂ ਦਾ, ਆਪਣੇ ਨਾਗਰਿਕ ਦਾ ਧਿਆਨ ਰੱਖਣਾ ਚਾਹੀਦਾ। ਅਸੀਂ ਪਿੱਛੇ ਇੱਥੇ ਸਟੇਟ ਅਸੈਂਬਲੀ ਦੀ ਇਲੈਕਸ਼ਨ ਲੜੀ ਸੀ, ਹੁਣ ਉਸ ਤੋਂ ਬਾਅਦ ਸਾਡੇ ਜਿੱਤਣ ਤੋਂ ਬਾਅਦ ਮੈਂ ਐਜ਼ ਅ ਡਾਇਰੈਕਟਰ ਆਫ ਕਮਿਊਨਿਟੀ ਫੇਅਰ ਦੀ ਸੀਟ ਬੈਠਣ ਤੋਂ ਬਾਅਦ ਮੇਰੇ ਕੋਲ ਕੋਈ ਵੀ ਲੋਕ ਆਂਦੇ ਨੇ ਸਾਡੀ ਕਮਿਊਨਿਟੀ ਦੇ ਜਾਂ ਕੋਈ ਵੀ ਕਮਿਊਨਿਟੀ ਦੇ ਸਾਡੇ, ਤਾਂ ਮੈਨੂੰ ਕੋਈ ਵੀ ਉਹ ਸਵਾਲ ਜਵਾਬ ਕਰਦੇ ਨੇ ਕਿ ਜੇ ਮੈਨੂੰ ਕੋਈ ਆਨਸਰ ਨਹੀਂ ਆਉਂਦਾ ਤੇ ਇਹ ਨਹੀਂ ਕਿ ਮੈਂ ਉਹਨਾਂ ਦੇ ਨਾਲ ਲੜ ਪੈਂਦੀ ਜਾਂ ਮੈਂ ਉਹਨਾਂ ਦੀ ਗੱਲ ਸੁਣਨਾ ਨਹੀਂ ਪਸੰਦ ਕਰਦੀ। ਮੈਂ ਉਹਨਾਂ ਦੀ ਗੱਲ ਸੁਣਦੀ, ਸਮਝਣ ਦੀ ਕੋਸ਼ਿਸ਼ ਕਰਦੇ, ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ, ਔਰ ਮੇਰੇ ਖਿਆਲ ਦੇ ਵਿੱਚ ਇਹੀ ਸਹੀ ਰਸਤਾ ਹੁੰਦਾ ਕਿ ਤੁਸੀਂ ਇੱਕ ਦੂਸਰੇ ਨਾਲ ਬੈਠ ਕੇ ਗੱਲਬਾਤ ਕਰੋ ਔਰ ਆਪਣੇ ਜਿਹੜੇ ਨਾਗਰਿਕ ਆ ਉਹਨਾਂ ਨੂੰ ਖੁਸ਼ ਰੱਖਣ ਦੀ ਜਿਹੜੀ ਆ ਉਹ ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਚਾਹੀਦੀ ਆ ਕੋਸ਼ਿਸ਼ ਕਰਨੀ ਕਿ ਕਿਵੇਂ ਅਸੀਂ ਆਪਣੀ ਕੰਟਰੀ ਨੂੰ ਬਿਊਟੀਫੁਲ ਬਣਾਈਏ, ਕਿਵੇਂ ਅਸੀਂ ਆਪਣੇ ਏਰੀਏ ਨੂੰ ਬਿਊਟੀਫੁਲ ਬਣਾਈਏ, ਕਿਵੇਂ ਅਸੀਂ ਆਪਣੇ ਨਾਗਰਿਕ ਜਿਹੜੇ ਰਹਿੰਦੇ ਨੇ ਸਾਡੇ ਸਿਟੀਜ਼ਨਸ ਨੇ, ਕਿਵੇਂ ਅਸੀਂ ਉਹਨਾਂ ਨੂੰ ਹਰ ਚੀਜ਼ ਪ੍ਰੋਵਾਈਡ ਕਰੀਏ। ਸੋ ਮੈਂ ਆਪਣੀ ਯੂਨਾਈਟਿਡ ਸਟੇਟਸ ਆਫ ਅਮਰੀਕਾ ਨੂੰ ਮੈਂ ਰਿਸਪੈਕਟ ਕਰਦੀ, ਮੈਂ ਸਲੂਟ ਕਰਦੀ ਹਾਂ। ਆਮ ਲੱਕੀ ਆਮ ਹੀਅਰ। ਕਿਸੇ ਜਗ੍ਹਾ ਤੇ ਤਾਂ ਮੈਨੂੰ ਪ੍ਰੀਤ ਜੀ ਇੰਡੀਆ ਜਾਣ ਤੋਂ ਡਰ ਵੀ ਲੱਗਦਾ ਕਿ ਬਈ ਉੱਥੇ ਜਾਊਂਗੇ, ਉੱਥੇ ਤਾਂ ਕੋਈ ਡੈਮੋਕ੍ਰੇਸੀ ਹੈ ਨਹੀਂ, ਉੱਥੇ ਤਾਂ ਕੋਈ ਵੀ ਕਿਸੇ ਤੇ ਝੂਠਾ ਕੇਸ ਪਾ ਦਿੰਦੇ ਨੇ, ਉੱਥੇ ਤਾਂ ਕਿਸੇ ਨੂੰ ਵੀ ਚੁੱਕ ਲੈਂਦੇ ਨੇ, ਉੱਥੇ ਤਾਂ ਕਿਸੇ ਨੂੰ ਵੀ ਕੋਈ ਮਾਰ ਦਿੰਦਾ ਤੇ ਕੋਈ ਬਾਅਦ ਵਿੱਚ ਜੇਲ੍ਹ ਜਿਹੜਾ ਹੁੰਦਾ ਉਹ ਨਜਾਇਜ਼ ਕਿਸੇ ਨੂੰ ਚੁੱਕ ਕੇ ਪਾ ਦਿੰਦੇ ਨੇ। ਮਤਲਬ ਇੰਡੀਆ, ਸਾਨੂੰ ਉੱਥੇ ਬੋਰਨ ਹੋਏ ਅਸੀਂ, ਪਰ ਚਲੋ ਹੁਣ ਇੱਥੇ ਕਾਫੀ ਸਮਾਂ ਹੋ ਗਿਆ, ਲੰਬਾ ਸਮਾਂ ਹੋ ਗਿਆ, 20 ਸਾਲ ਤੋਂ ਜ਼ਿਆਦਾ ਹੋ ਗਏ ਸਾਨੂੰ ਇੱਥੇ ਬੈਠਿਆਂ ਨੂੰ। ਹੁਣ ਇੰਡੀਆ ਜਾਣ ਤੋਂ ਇਵੇਂ ਡਰ ਲੱਗਦਾ ਜਿਵੇਂ ਸਾਨੂੰ ਪਹਿਲਾਂ ਕਿਸੇ ਅਫਗਾਨਿਸਤਾਨ ਵਗੈਰਾ ਇੱਦਾਂ ਦੀਆਂ ਕੰਟਰੀਆਂ 'ਚ ਲੱਗਦਾ ਹੁੰਦਾ ਸੀ, ਕਿਤੇ ਸੋਚ ਕੇ ਕਿ ਯਾਰ ਅਸੀਂ ਉੱਥੇ ਜਾਵਾਂਗੇ ਤੇ ਪਤਾ ਨਹੀਂ ਕੀ ਹੋ ਜਾਊਗਾ। ਤੇ ਆਪਣੀ ਹੀ ਕੰਟਰੀ ਦੇ ਵਿੱਚ ਜਾਣ ਤੋਂ ਮਨ ਦੇ ਵਿੱਚ ਕਿੰਨਾ ਖੌਫ ਸਾਡੇ ਪੈ ਗਿਆ ਕਿ ਅਸੀਂ ਕਹਿੰਦੇ ਕਿ ਯਾਰ ਸਾਡੀ ਜੇ ਪ੍ਰਾਪਰਟੀ ਨਾ ਤੇ ਫਟਾਫਟ ਵੇਚ ਦੋ, ਉੱਥੇ ਪਤਾ ਨਹੀਂ ਸਰਕਾਰ ਨੇ ਕੀ ਕਰ ਦੇਣਾ, ਉੱਥੇ ਕਿਹੜਾ ਕਾਨੂੰਨ ਆਪਣੇ ਆਪ ਹੀ ਲੈ ਆਉਣਾ। ਤੇ ਮਤਲਬ ਇਸ ਤਰ੍ਹਾਂ ਦੇ ਹਾਲਾਤ ਹੋ ਗਏ ਆ। ਤਾਂ ਕਿੰਨੀ ਇਹ ਸ਼ੇਮ ਵਾਲੀ ਗੱਲ ਹੈ ਇੰਡੀਅਨ ਗਵਰਨਮੈਂਟ ਲਈ ਕਿ ਤੁਹਾਡੇ ਜਿਹੜੇ ਲੋਕ, ਤੁਹਾਡੇ ਨਾਗਰਿਕ, ਤੁਹਾਡੇ ਸਿਟੀਜ਼ਨ ਜਿਹੜੇ ਸੀਗੇ, ਜਿਹੜੇ ਅਬਰੋਡ ਬੈਠੇ ਨੇ, NRIs ਨੇ, ਡਰ ਰਹੇ ਨੇ ਵਾਪਸ ਜਾਣ ਤੋਂ
ਤੇ ਜਿਹੜੇ ਉੱਥੇ NRI ਨੇ ਉੱਥੇ ਰਹਿਣ ਤੋਂ ਡਰ ਰਹੇ ਨੇ, ਰੋਜ਼ ਆਵਾਜ਼ ਘੱਟ ਹੋ ਗਈ ਤੁਹਾਡੀ। ਬਾਹਰ ਮੂਵ ਹੋ ਰਹੇ ਨੇ, ਫੋਰਨ ਕੰਟਰੀ ਜਾ ਰਹੇ ਨੇ। ਸੌਰੀ ਮੇਰੀ ਆਵਾਜ਼ ਮੈਨੂੰ ਲੱਗਦਾ ਸੌਰੀ ਜੀ ਕਾਲ ਆ ਰਿਹਾ ਸੀ ਹਾਂਜੀ ਨਹੀਂ ਠੀਕ ਹੈ ਹੁਣ ਜੀ। ਤੇ ਉਹ ਲੋਕ ਵੀ ਉੱਥੇ ਬੈਠੇ ਨੇ ਜਿਹੜੇ ਉਹ ਵੀ ਅਬਰੋਡ ਜਾਣ ਬਾਰੇ ਸੋਚ ਰਹੇ ਨੇ ਕਿ ਬਈ ਅਸੀਂ ਕਿੱਦਾਂ ਇਸ ਕੰਟਰੀ ਚੋਂ ਨਿਕਲ ਜਾਈਏ। ਮੇਰੀ ਜਿੰਨੇ ਵੀ ਰਿਸ਼ਤੇਦਾਰ ਜਾਂ ਕੋਈ ਲੋਕ ਨਾਲ ਮੇਰੇ ਦੋਸਤ ਨੇ ਅੱਛੀਆਂ ਪੋਜੀਸ਼ਨ ਤੇ ਨੇ ਇੰਡੀਆ ਦੇ ਵਿੱਚ, ਉਹ ਅੱਛੀ ਜੌਬ ਕਰਦੇ ਨੇ, ਮੇਰੀ ਉਹਨਾਂ ਨਾਲ ਵੀ ਗੱਲ ਹੁੰਦੀ ਤੇ ਉਹ ਵੀ ਇਹ ਹੁਣ ਕਹਿਣ ਲੱਗ ਗਏ ਨੇ ਕਿ ਨਹੀਂ ਯਾਰ ਅਸੀਂ ਨਾ ਹੁਣ ਇੱਥੇ ਰਹਿਣਾ ਨਹੀਂ ਚਾਹੁੰਦੇ ਹੈਗੇ। ਸੋ ਅਸੀਂ ਚਾਹੁੰਦੇ ਕਿ ਹੁਣ ਅਸੀਂ H1 ਵੀਜ਼ਾ ਜਿਹੜਾ ਅਪਲਾਈ ਕਰ ਦਈਏ, ਦੇਖਦੇ ਹਾਂ ਅਸੀਂ ਸ਼ਾਇਦ ਕੈਨੇਡਾ ਮੂਵ ਹੋ ਜਾਈਏ, ਸ਼ਾਇਦ ਅਮਰੀਕਾ ਆ ਜਾਈਏ। ਮੀਨਸ ਇਦਾਂ ਦੇ ਹਾਲਾਤ ਕਿਉਂ ਇਦਾਂ ਦੇ ਹਾਲਾਤ? ਬਹੁਤ ਦੁੱਖ ਹੁੰਦਾ ਪਿਆ ਆ। ਤੇ ਜੇ ਤੁਸੀਂ ਪ੍ਰੋਟੈਸਟ ਕਰਦੇ ਆ, ਦੇਖੋ ਬੰਦੇ ਕੋਲ ਦੋ ਹੀ ਤਰੀਕੇ ਆ ਆਪਣੀ ਸਰਕਾਰ ਨੂੰ ਗੱਲ ਕਹਿਣ ਦੇ। ਇੱਕ ਤਾਂ ਬੰਦਾ ਕਾਗਜ਼ੀ ਕਾਰਵਾਈ ਦੇ ਨਾਲ ਲਿਖ ਕੇ ਕਹਿੰਦਾ, ਕੋਰਟ ਜਾਂਦਾ ਕਿ ਮੈਨੂੰ ਆਹ ਮਨਜ਼ੂਰ ਨਹੀਂ, ਤੇ ਕੋਰਟ ਸੁਣਦੀ ਨਹੀਂ, ਉਹ ਵੀ ਉੱਥੇ ਹੈ ਨਹੀਂਗਾ। ਕੋਰਟ ਸਿਸਟਮ ਵੀ ਮੈਨੂੰ ਉਦਾਂ ਕਦਾ ਹੀ ਲੱਗਦਾ ਹੈਗਾ ਆ। ਤੇ ਜੇ ਬੰਦਾ ਕਹਿੰਦਾ ਕਿ ਫਿਰ ਮੈਂ ਪ੍ਰੋਟੈਸਟ ਕਰਾਂ, ਦੂਜਾ ਤਰੀਕਾ ਇਹ ਆ ਕਿ ਮੈਂ ਪ੍ਰੋਟੈਸਟ ਕਰਕੇ ਦੱਸਾਂ ਕਿ ਮੈਨੂੰ ਆਹ ਚੀਜ਼ ਨਹੀਂ ਚੰਗੀ ਲੱਗ ਰਹੀ, ਫਿਰ ਉਹ ਵੀ ਉੱਥੇ ਤੁਸੀਂ ਕੁੱਟ ਮਾਰ ਦਿੱਤਾ ਜਾਂਦਾ ਉਹਨਾਂ ਨੂੰ, ਉਹਨਾਂ ਤੇ ਪਾਣੀ ਦੀਆਂ ਵਿਛਾੜਾਂ ਪਾ ਦਿੱਤੀਆਂ ਜਾਂਦੀਆਂ ਵਿਚਾਰਿਆਂ ਦੇ ਉੱਤੇ, ਉਹਨਾਂ ਨੂੰ ਲਾਠੀਆਂ ਮਾਰੀਆਂ ਜਾਂਦੀਆਂ। ਮਤਲਬ ਏਦਾਂ ਥੋੜੀ ਨਾ ਹੁੰਦੀ ਆ। ਉਵੇਂ ਕਰੋਨਾ ਦੇ ਨਾਲ ਜਦੋਂ ਉੱਥੇ ਲੋਕ ਦੀ ਡੈਥ ਹੋ ਰਹੀ ਸੀ ਇੰਡੀਆ ਦੇ ਵਿੱਚ ਬਹੁਤ, ਤਾਂ ਕੁਝ ਮੈਂ ਗਵਰਨਮੈਂਟ ਦੇ ਲੋਕ ਕਹਿੰਦੇ ਸੁਣੇ ਸੀ ਕਿ ਸਾਡੀ ਅਬਰੋਡ ਵਾਲੇ ਹੈਲਪ ਕਰਨ ਸਾਡੀ, ਸੋ ਸਾਡੀ ਹੈਲਪ ਕੀਤੀ ਜਾਵੇ ਵਰਲਡ ਫਾਈਨੈਂਸ਼ੀਅਲ ਤੋਂ। ਜੇ ਤੁਸੀਂ ਉਹਦਾ ਹੈਲਪ ਮੰਗਦੇ ਹੋ ਫੋਰਨ ਕੰਟਰੀ ਦੀ, ਬਾਹਰ ਦੇ ਲੋਕਾਂ ਦੀ, ਪਰ ਜਦੋਂ ਤੁਸੀਂ ਆਪਣੇ ਲੋਕਾਂ ਨੂੰ ਏਦਾਂ ਦੀ ਪਾਲਿਸੀ ਲਿਆ ਕੇ ਮਾਰਨਾ ਚਾਹੁੰਦੇ ਹੋ, ਤੇ ਇੱਕ ਪਾਸੇ ਤੁਸੀਂ ਕਰੋਨਾ ਦਾ ਬਹਾਨਾ ਲਾ ਕੇ ਪੈਸਾ ਵੀ ਕਹਿੰਦੇ ਹੋ ਸਾਨੂੰ ਦਿਓ ਜ਼ਰੂਰ, ਤੇ ਫਿਰ ਮੈਨੂੰ ਸਮਝ ਨਹੀਂ ਆਈ ਕਿ ਸਰਕਾਰ ਕਰਨਾ ਕੀ ਚਾਹੁੰਦੀ ਹੈ। ਮੈਂ ਉੱਥੇ ਦੇ ਜਿਹੜੇ ਸਾਡੇ ਨਾਲ ਹੁਣ ਜੁੜੇ ਹੋਏ ਨੇ ਭੈਣ ਜੀ ਹੁਣੀ, ਮੇਰੇ ਖਿਆਲ ਉਹ ਐਕਸਪਲੇਨ ਕਰ ਪਾਉਣਗੇ ਆਪਣੀ ਸਰਕਾਰ ਦੇ ਬਾਰੇ ਚ, ਕਿਉਂਕਿ ਉੱਥੇ ਰਹਿੰਦੇ ਨੇ। ਮੈਂ ਤਾਂ ਉਸ ਕੰਟਰੀ ਚ ਰਹਿੰਦੀ ਨਹੀਂ ਨਾ, ਮੈਨੂੰ ਤਾਂ ਹੁਣ ਉਸ ਕੰਟਰੀ ਦਾ ਲਾਅ ਪਤਾ ਨਹੀਂ ਜ਼ਿਆਦਾ, ਵੀ ਮੈਨੂੰ ਤਾਂ ਜਿੰਨਾ ਕੁ ਸੁਣਨ ਚ ਆਇਆ ਮੈਂ ਉਹਨਾਂ ਕੀ ਬੋਲਿਆ। ਤੇ ਮੈਂ ਡਰਦੀ ਇੰਡੀਆ ਨਹੀਂ ਜਾਂਦੀ। ਮੈਂ ਤਾਂ ਜਦੋਂ ਦੀ ਇੱਥੇ ਆਈ ਇਸ ਕੰਟਰੀ ਦੇ ਵਿੱਚ ਮੈਂ 3 ਵਾਰੀ ਇੰਡੀਆ ਗਈ ਹੋਣੀ ਮਸਾਂ, ਉਹ ਵੀ ਕਦੇ 1-2 ਵੀਕ, ਔਰ ਮੈਨੂੰ ਹੁਣ ਕਾਫੀ ਸਾਲ ਹੋ ਗਏ ਨੇ ਮੈਂ ਗਈ ਨਹੀਂ ਹੈਗੀ, ਕਿਉਂਕਿ ਮੈਨੂੰ ਆਪਣੇ ਆਪ ਨੂੰ ਸਿਕਿਉਰ ਨਹੀਂ ਮਹਿਸੂਸ ਹੁੰਦਾ ਵੀ ਮੈਂ ਉੱਥੇ ਜਾ ਕੇ ਗੋਡਿਆ ਮੈਂ ਸੇਫ ਹਾਂ ਕਿ ਮੈਂ ਨਹੀਂ ਸੇਫ ਹੈਗੀ। ਕਿਉਂਕਿ ਮੈਂ ਤੇ ਹੱਕਾਂ ਲਈ ਲੜਾਂਗੀ। ਜਦੋਂ ਜੇ ਇੱਥੇ ਮੈਂ ਲੋਕਾਂ ਦੀ ਆਵਾਜ਼ ਉਠਾਉਣੀ ਆ, ਤੁਹਾਨੂੰ ਪ੍ਰੀਤ ਜੀ ਪਤਾ ਹੀ ਆ ਕਿ ਮੈਂ ਇੱਥੇ ਕਿੰਨੇ ਕੰਮ ਕਰਦੀ। ਹੁਣ ਵੀ ਮੈਂ ਇੱਕ ਡਰੱਗ ਐਡਿਕਟਡ ਬੱਚੇ ਨੂੰ ਚੱਕ ਕੇ ਹਸਪੀਟਲ ਜਾਣਾ ਆ, ਗੁਰਦੁਆਰਾ ਸਾਹਿਬ ਰੱਖਿਆ ਉਹਨੂੰ ਮੈਂ ਫਿਲਹਾਲ, ਕਿਉਂਕਿ ਉਹ ਡਰੱਗ ਐਡਿਕਟਡ ਸੀ, ਉੱਥੋਂ ਘਰ ਨਹੀਂ ਸੀਗਾ, ਤੇ ਉਹਨੂੰ ਗੁਰਦੁਆਰਾ ਸਾਹਿਬ ਰੱਖਿਆ ਗਿਆ। ਤੇ ਉਹਨਾਂ ਨੇ ਕਿਹਾ ਕਿ ਭੈਣ ਜੀ ਤੁਸੀਂ ਵਿਹਲੇ ਹੋ ਗਏ ਤਾਂ ਹੁਣ ਇਹਨੂੰ ਹਸਪੀਟਲ ਜਮ੍ਹਾਂ ਕਰਾ ਦਿਓ, ਤੇ ਹੁਣ ਅੱਜ ਇਹਨੂੰ ਹਸਪੀਟਲ ਲੈ ਕੇ ਜਾਣਾ। ਮੈਂ ਹੁਣ ਵੀ ਇੱਥੇ ਤੁਸੀਂ ਏਦਾਂ ਦੇ ਕੰਮ ਕਰਦੇ ਹੋ, ਤੁਹਾਨੂੰ ਚੰਗਾ ਲੱਗਦਾ ਕਿਉਂਕਿ ਤੁਹਾਨੂੰ ਕੁਝ ਰਿਜ਼ਲਟ ਮਿਲਦਾ। ਤੇ ਇੰਡੀਆ ਦੇ ਵਿੱਚ ਕੋਈ ਅੱਛਾ ਕੰਮ ਕਰਦਾ ਤਾਂ ਉਹਨੂੰ ਚੁੱਕ ਲੈਂਦੇ ਨੇ ਫਟਾਫਟ। ਸੋ ਮੈਨੂੰ ਜਿਹੜੇ ਅੱਜ ਸਾਡੇ ਨਾਲ ਜੁੜੇ ਨੇ ਕਿਸਾਨੀ ਜਿਹੜਾ ਸੰਘਰਸ਼ ਹੈ ਉਹਨੂੰ ਸਮਰਪਿਤ, ਉਹਨੂੰ ਸਪੋਰਟ ਕਰਨ ਵਾਲੇ, ਉਹਨਾਂ ਦੇ ਲਈ ਮੈਨੂੰ ਬਹੁਤ ਪਿਆਰ ਹੈ, ਸਤਿਕਾਰ ਆ। ਤੇ ਉਹ ਸਾਰੇ ਹੁਣ ਦੱਸਣਗੇ ਇਸ ਤੋਂ ਬਾਅਦ ਕਿ ਕੀ ਹੋ ਰਿਹਾ, ਕੀ ਹੋਣਾ ਚਾਹੀਦਾ, ਕਿੱਦਾਂ ਇਹਨਾਂ ਨੂੰ ਫੀਲ ਹੁੰਦਾ ਆ, ਸਾਡੀ ਕਿੱਥੇ ਲੋੜ ਹੈ, ਸਾਡੀ NRI ਦੀ ਕਿੱਥੇ ਲੋੜ, ਅਸੀਂ ਤੁਹਾਡੇ ਨਾਲ ਆ, ਤੁਸੀਂ ਸਾਨੂੰ ਦੱਸੋ, ਜਿੱਥੇ ਲੋੜ ਆ ਅਸੀਂ ਖੜ ਜਾਂਦੇ ਹਾਂ ਤੁਹਾਡੇ ਲਈ। ਮੈਂ ਨਹੀਂ ਕਹਿਣਾ ਚਾਹੁੰਦੀ ਸੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਥੈਂਕ ਯੂ ਸੋ ਮਚ ਰਾਜਵਿੰਦਰ ਜੀ। ਜਿੱਦਾਂ ਤੁਸੀਂ ਬੁੱਕ ਦੀ ਗੱਲ ਕੀਤੀ, ਕਿਤਾਬ ਮੈਂ ਵੀ ਪੜ੍ਹੀ ਆ, ਬਹੁਤ ਅੱਛੀ ਹੈ, ਤੇ ਕਿਸਾਨਾਂ ਦੇ ਹਾਲਾਤ ਜਿਹੜੀ ਬਿਆਨ ਕਰਦੀ ਹੈ। ਇਹਨਾਂ ਦੀ ਬੁੱਕ ਜਿਹੜੀ ਹੈ ਅਰੁਣਾ ਜੀ, ਮੈਂ ਸਾਰਿਆਂ ਨੂੰ ਦੱਸਦਾ ਕਿ ਇੰਗਲਿਸ਼ ਔਰ ਪੰਜਾਬੀ ਦੋਨਾਂ ਲੈਂਗੁਏਜ ਦੇ ਵਿੱਚ ਹੈ, ਤਾਂ ਕਿ ਜਿਹੜੀ ਬਾਕੀ ਕਮਿਊਨਿਟੀ ਦੇ ਲੋਕ ਪੰਜਾਬੀ ਨਹੀਂ ਪੜ੍ਹ ਸਕਦੇ ਉਹ ਵੀ ਆਪਣਾ ਇੰਗਲਿਸ਼ ਦੇ ਵਿੱਚ ਪੜ੍ਹ ਕੇ ਜਿਹੜੇ ਹੈਗੇ ਨੇ ਲੋਕ ਉਹ ਜਾਣ ਸਕਦੇ ਨੇ ਵੀ ਸਾਡੇ ਕਿਸਾਨਾਂ ਦੇ ਨਾਲ ਕੀ ਧੱਕੇਸ਼ਾਹੀ ਹੋ ਰਹੀ ਹੈ। ਤੇ ਬਾਕੀ ਜਿੱਥੇ ਫੁੱਲ ਉੱਥੇ ਕੰਡੇ, ਕਈ ਲੋਕ ਚੀਜ਼ ਨੂੰ ਚਲਾਉਣ ਵਾਲੇ ਹੁੰਦੇ ਨੇ, ਕਈ ਨਿੰਦਣਯੋਗ ਵਾਲੇ ਵੀ ਹੁੰਦੇ ਨੇ। ਸੋ ਜਿਵੇਂ ਤੁਸੀਂ ਗੱਲ ਕੀਤੀ ਰੋਜ਼ ਜੀ ਕਿ ਕੁਝ ਅਖਬਾਰ ਵਾਲੇ ਜਿਹੜੇ ਹੈਗੇ ਨੇ ਆਪਣਾ ਪੰਜਾਬ ਵਾਲੇ ਜਾਂ ਕੋਈ ਵੀ ਜਿਹੜਾ ਵਿਰੋਧ ਕਰ ਰਿਹਾ ਇਸ ਬੁੱਕ ਦਾ, ਹੋ ਸਕਦਾ ਹੈ ਕਿ ਦੇਖੋ ਸਾਡੇ ਕਿਸਾਨੀ ਅੰਦੋਲਨ ਦੇ ਵਿੱਚ ਦਿੱਲੀ ਦੇ ਵਿੱਚ ਵੀ ਬੜੇ ਇਹੋ ਜਿਹੇ ਗੋਦੀਮਾਰ ਜਿਹੜੇ ਹੈਗੇ ਸੀਗੇ ਛੁਪੇ ਹੋਏ, ਜਿਹੜੇ ਆਪਣੇ ਮਨ ਸਾਨੂੰ ਧੋਖਾ ਦਿੰਦੇ ਆ ਰਹੇ ਨੇ। ਸੋ ਬਹੁਤ ਸਾਰੇ ਲੋਕ ਹੁੰਦੇ ਨੇ, ਸੋ ਡੋਂਟ ਵਰੀ, ਤੁਸੀਂ ਚੰਗਾ ਕੰਮ ਕੀਤਾ ਹੈ ਤੇ ਚੰਗੇ ਮਕਸਦ ਨਾਲ ਕੀਤਾ ਹੈ ਤੇ ਸ਼ਾਬਾਸ਼ੀ ਦੇ ਹੱਕਦਾਰ ਹੋ। ਸੋ ਸਾਡੇ ਨਾਲ ਜੁੜੇ ਨੇ ਸੁਵਿੰਦਰ ਜੀ,
युवा नेता ते अवतार सिंह जी ਤੁਹਾਡੀ ਵੀਡੀਓ ਨਹੀਂ ਆ ਰਹੀ ਇਸ ਵਕਤ ਤੇ ਅਰੁਣਾ ਜੀ ਅਵਤਾਰ ਜੀ ਤੁਹਾਡੀ ਵੀਡੀਓ ਨਹੀਂ ਆ ਰਹੀ ਤੇ ਅਰੁਣਾ ਜੀ ਤੁਹਾਡਾ ਮਾਈਕ ਮਿਊਟ ਹੈ ਅਰੁਣਾ ਜੀ ਮਾਈਕ ਮਿਊਟ ਹੈ ਤੁਹਾਡਾ ਅਰੁਣਾ ਜੀ ਤੁਹਾਡਾ ਮਾਈਕ ਮਿਊਟ ਹੈ सो हाँ जी हुआ? हाँ जी ठीक है। हाँ अवतार, क्या हाल बेटा? ये बहुत, ये टिकरी बॉर्डर से और काफी काम करता है किसानों के लिए। इसने बहुत किसानी पे काम कर रहा है। युवा किसान नेता आज हमारे साथ दो जुड़े हुए हैं, सुरविंदर किसान और अवतार सिंह। तो पहले तो अरुणा जी मैं ਤੁਹਾਡੇ ਕੋਲੋਂ ਪੁੱਛਦੀ ਹਾਂ ਕਿ ਕੱਲ ਜੋ ਵੀ ਹੋਇਆ ਸੇਵ ਫਾਰਮਰ ਸੇਵ ਡੈਮੋਕ੍ਰੇਸੀ ਦੇ ਅੰਡਰ ਉਹ ਸਭ ਕਿਸ ਲਈ ਹੋਇਆ ਤੇ ਕਿੱਦਾਂ ਹੋਇਆ ਤੇ ਉਹਦਾ ਕੀ ਅਸਰ ਹੈ? अच्छा, ये रोमा कहाँ चली गई? शी इज हियर बट हाँ, उसको मैं बोल दूं? हाँ जी अरुणा जी। अच्छा, नमस्कार प्रीतपाल जी, आपने बुलाया उसके लिए शुक्रिया। ऐसे विषय पे बुलाया कि जिससे हमारे देश की 70% जनता का जुड़ाव है। इस देश में 70% किसान हैं। आप उसकी बात करने के लिए बुलाया आपने, शुक्रिया। अभी यहाँ कल देश में 26 जनवरी के बाद अगर कोई किसानों का बहुत बड़ा कोई आंदोलन या दिवस मनाया गया है तो वो कल मनाया गया है 26 जून को। 26 जून को पूरे देश भर में सेव फार्मर्स सेव डेमोक्रेसी। अब आप पूछेंगे 26 जून ही क्यों डिसाइड किया गया? 26 जून 1975 को इस देश में इमरजेंसी लगाई गई थी 1975 में। और अब किसानों, एक तो उस आपातकाल इमरजेंसी को याद करना, लेकिन किसानों का मानना है और औरों का भी, जैसे रोज कोर ने भी बोला कि अभी जो हम 1975 वाली परिस्थितियों है, हम उससे भी 4 कदम आगे वाली हालात में जी रहे हैं। तो अरुणा जी माइक म्यूट है आपका। अभी मेरा कुछ सुनाई नहीं दिया? नहीं दे रहा था, लेकिन 1 मिनट के लिए म्यूट हो गया था। अच्छा, पता नहीं कैसे, किसने कर दिया। तो क्या हुआ कि 26 जून 1975 को इस देश में इमरजेंसी लगाई गई थी और इसको हम हमेशा याद रखते हैं, इस देश की जनता। और लेकिन अभी जो हालात है उससे भी बदतर हैं, उससे भी ज्यादा। जैसा अभी रोज कोर ने भी बोला, अमेरिका से किसानों ने सोचा कि इस 26 जून को 1975 को कैसे तब हालात थे और आज कैसे हालात हैं, बिल्कुल इसके लिए एक मूवमेंट चलाया जाए, सेव फार्मर्स और सेव डेमोक्रेसी। आप देखिए कि ये कितना बड़ा मूवमेंट है। ये किसानों को शुक्रिया करना चाहिए, किसानों को सलाम करना चाहिए कि वो इस तरह का एक बड़ा मूवमेंट चलाया उन्होंने। और पूरे देश भर में, पूरे ऐसा एक कोई अगर कहता है कि ये पंजाब का या हरियाणा का या ये, आप ये मान लीजिए कि पूरे देश में, आप केरल से लेके नागालैंड, मेघालय, यूपी, हरियाणा, बिहार, पंजाब, मध्य प्रदेश, उड़ीसा, बंगाल, कहीं भी जाए आप, हर स्टेट में किसान है।
अगर इस देश में 70% अगर किसान है तो ये मान लीजिएगा कि इस देश की 70% जनता ग्रामीण है और किसानी से जुड़ी हुई है। उन हर कोने कोने में सेव फार्मर सेम डेमोक्रेसी, इसके तहत एक 4 किसान भी ऐसी जहां कम लोग किसान हैं, 4 किसानों ने भी जाकर अपने लोकल एसडीएम को, डीएम को, डिस्ट्रिक्ट ऑफिसर को, राज्यपाल को, उपराज्यपाल को एक रोष पत्र सरकार के नए कृषि कानूनों के खिलाफ एक रोष पत्र सौंपा डिस्ट्रिक्ट स्तर पे। मैं कल सारा दिन मतलब इतने व्यापक तरीके से कल हुआ। पंजाब में तो हरियाणा और पंजाब तो इसको लीड कर ही रहे हैं, लेकिन देख के खुशी हुई कि यूपी में भी ये अलग बात है कि उत्तर प्रदेश में जैसे गोंडा से कई जगहों से मुझे वीडियो आए, खबरें भी आई कि किसान नेताओं के घर में लोग, पुलिस सुबह ही आ गई और बोली कि तुम लोगों को नहीं जाने देगी। अभी मुझे गोंडा से एक 8 मिनट का वीडियो आया, कैसे एक किसान नेता के घर में 8-10 पुलिस वाले। अरे भाई, इतना देश में क्राइम हो रहा है, इतना स्टेट में क्राइम हो रहा है, लॉ एंड ऑर्डर की सिचुएशन बिगड़ी पड़ी है, भाई तुम एक किसान नेता को रोकने के लिए पूछ के अगर वो अपना बाहर निकल के आंदोलन कर लेगा तो क्या बड़े अपनी बात नहीं कह सकता क्या? बिल्कुल। तो अब हम फिर बात करते हैं किसानों की। सेव फार्मर्स एंड सेव डेमोक्रेसी, इसको लेकर एक बहुत बड़ा कल विज्ञापन दिए गए, मांग पत्र दिया गया, रोष पत्र दिया गया, जिसमें सारा लिखा गया और कहा गया सारे राज्यपालों को, और उनको कहा गया कि ये सारे रोष पत्र जितने भी पूरे देश भर में, ये सारे राष्ट्रपति को भेजे गए, जाए ऑन रिकॉर्ड हो कि जनता कितनी खिलाफ है इन कृषि कानूनों के। और अब जुड़ता है 26 जनवरी दिन क्यों तय किया गया? 26 जनवरी आपातकाल के लिए तय किया। 1975 से ज्यादा बुरी स्थिति इस समय है, इसलिए किया गया। आज आप किसी के बारे में बोलते हैं तो आपके एफआईआर हो जाती है। आप किसानों की बात करते हैं तो आपको आतंकवादी और देशद्रोही और ये सब तमगे मिलते हैं। मेरे फेसबुक में के मैसेंजर उसमें 2-4 रोज आते हैं, अरुणा सिंह तुम आतंकवादी, अरुणा सिंह तुम देशद्रोही हो, तुम किसानों का साथ दे रही हो, ये सब। मतलब ये और कोई काम ही नहीं मिलता है ना। अगर किसान की बात करो तो इस तरह के टैग दे दिए जाते हैं, धमकियां दी जाती है सोशल मीडिया पे। आपको सोशल मीडिया पे क्या वो आप सब देख ही रहे हैं कैसे कंट्रोल करने की स्थिति है। तो किसान अगर अपनी वाजिब मांग को लेकर आंदोलन कर रहे हैं 7 महीने से, आप प्रितपाल जी देखिएगा 7 महीने में 505 किसान, 7 महीने में ऑन एन एवरेज 100 किसान, 90 की डेथ हो गई है। मतलब कोई वैल्यू नहीं है, एक ट्वीट भी नहीं है। वैसे तो आप कूद के सारा दिन ट्वीट करते हैं। आप किसानों पे एक सहानुभूति नहीं कर सकते कि किसान मर रहा है। आप सिर्फ दिन रात इसी साजिश में रहते हो कि किसानों ने ये कर दिया, किसान एसी में सो रहे हैं, किसान जलेबियां खा रहे हैं जरा। अरे भाई, वो अन्नदाता है। मैं अभी गाजीपुर पे गई तो एक किसान नेता मिले, मैंने बोला कि ये लोग कहते हैं आप पिज्जा खाते हो, जलेबियां खाते हो। बोला देखो, भैंस हमारी, दूध हमारा, खेत हमारे, गेहूं हमारा, पिज्जा हमारा, चीज हमारी, तुम कौन होते हो? हम जो मर्जी खाए भाई। लेकिन इनको पेट में दर्द होता है, लग जाते हैं ट्रोलर शुरू हो जाते हैं कि भाई देखो देखो वो एसी में सो रहा है, देखो देखो उसके पास इतना पैसा है, देखो देखो वो फला नेता ये कर रहा है, वो कर रहा है। अरे भाई, इसको नहीं, आप सीधे से बात करो किसानों की मांगे क्या है, किसान क्या कह रहे हैं, किसान क्यों बैठे हैं। 7 महीने हो गए हैं, सर्दी गर्मी बरसात आंधी तूफान, कितने लोग मर गए हैं, कोई सहानुभूति नहीं। बात तो करनी चाहिए ना। आपके देश के नागरिक हैं, कहीं विदेश से नहीं आए,
कोई शरणार्थी नहीं है। आप बाहर के शरणार्थियों को लेके आते हैं कि हाँ वहां पे अत्याचार हो रहा है हिंदुओं के साथ, फला अफगानिस्तान में धमकाना धमकाना, लेकिन अपने देश के जो हिंदू और ये सब है उनके साथ जो अत्याचार हो रहा है, सड़क पे बैठे हुए जो मर रहे हैं, उनके बारे में भी सोचो भाई। बिल्कुल सही अरुणा जी, आपने बिल्कुल सही कहा। तो अभी हम बात करते हैं सुविंदर जी से। सुविंदर जी, आप क्या कहना चाहेंगे? कल जो कुछ भी हुआ, अरुणा जी ने उसके बारे में एक्सप्लेन किया अच्छे से, लेकिन हम आपके वहां से जो जानना चाहते हैं कि कल जो भी हुआ उसका क्या असर रहा और कितना कामयाब रहे और किन किन जगह पे हुआ। आपका माइक म्यूट है सुविंदर जी। हेलो। हाँ जी, अब आपकी आवाज आ रही है, लेकिन आपकी फोटो नहीं आ रही है। आ रही है मेरी? हाँ जी, आवाज आ रही है, लेकिन आपकी, हाँ जी अब ठीक है। ठीक है। नमस्कार मैम, मैं उत्तर प्रदेश से हूँ, गाजीपुर बॉर्डर पे हम रुके हुए हैं। मेरा नाम सुरविंदर किसान है और 26 तारीख को जो ये मूवमेंट हुई पूरे उत्तर प्रदेश में भी, इसमें हर गांव से लोग बढ़ चढ़ के हिस्सा लिया, हर डिस्ट्रिक्ट में, हर तहसील में। यहाँ पे ज्ञापन दिए गए राष्ट्रपति जी को और मोदी जी को, नरेंद्र मोदी जी को, कि एक हमारा देश कृषि प्रधान देश है और जो यहाँ संकट है ये भारत का ही नहीं है। भारत की जो पॉपुलेशन है वो कम से कम 150 करोड़ हो चुकी है और पूरे वर्ल्ड की जो पॉपुलेशन है वो 700 करोड़ है। तो कि हमारा देश कृषि प्रधान देश है, अगर भारत में संकट है चल रहा है तो मान के चलो कि पूरे विश्व का संकट है। आज हमारे भारत में हर घंटे कम से कम 2500 किसान खेती करना छोड़ रहे हैं। कोई भी नौजवान किसान खेती करना नहीं चाह रहा क्योंकि आज खेती घाटे का सौदा बन चुकी है। एक किसी किसान के बेटे की शादी होने के लिए तैयार नहीं है, कोई शहर में आकर चौकीदारी कर ले तो उसकी शादी हो जाएगी, लेकिन जो किसान का बेटा है उसकी कोई शादी करने के लिए तैयार नहीं है। जो किसान खेती करेगा भी तो उसके जब बच्चे को कहीं स्कूल में एडमिशन नहीं मिलता अच्छे से, कोई सरकारी कोई योजनाएं नहीं है, वो अगर अस्पताल में जाए तो उसे गवार, देसी और इतनी बुरी बुरी तरह कहा जाता है। आप किसान की देख लो, पिज्जा, क्या किसान पिज्जा नहीं खा सकता? कृषि प्रधान देश, जब हम पूरे देश का पेट भर सकते हैं तो हम पिज्जा, जलेबी या दूध नहीं पी सकते। तो इसमें हम युवाओं ने ठान लिया है कि सरकार को, बंगाल में तो 1 डोज मिल चुकी है, 2 डोज की और जरूरत है। आपका यूपी इलेक्शन है 2022 में, 1 डोज इसमें देंगे इन्हें, छोटे डोज योगी जी को, और बड़ी डोज 2024 में देंगे। अगर बिल वापसी नहीं होगी तो घर वापसी भी नहीं होगी। पूरी यूथ, पूरी मूवमेंट, देश का 100 करोड़ किसान एक हो चुका है, जाग चुका है और बिल्कुल मुट्ठी बंद होके प्रयास कर रहा है। तो आपका सुविंदर जी, जो कल सेव फार्मर सेव डेमोक्रेसी दिवस वहां पे मनाया गया, उसका आप क्या असर रहा? मैं ये पूछना चाहती हूँ आपसे कि उसका क्या असर रहा, किस तरीके से, मतलब जैसे कि पंजाब में बहुत ज्यादा लाठीचार्ज भी हुआ किसानों पे और उनके साथ बहुत धक्काशाही भी हुई, तो आपके उधर कैसा रहा इस जिसका असर क्या रहा? पूरा गांव से कल पूरे गांव में गांव से लोग इकट्ठे हुए, लोग एसडीएम के पास गए, डीएम के पास गए, तहसील के पास ज्ञापन दिया, बहुत सी जगह जाम भी लगे। आज अगर अखबार की कटिंग उठा के देखोगे उत्तर प्रदेश की, हर बड़े न्यूज चैनल में दिखाई देगा, रोडें भी जाम रही, हाईवे जाम रहे। तो इसका कोई असर आपको लग रहा है कि कुछ अच्छा असर हुआ? नहीं, ऐसा हुआ। आज देश में गूंज जा रही है किसानों की। पूरा ये उत्तर प्रदेश, हरियाणा से शुरुआत हुई थी, आज उत्तर प्रदेश भी उसमें बढ़ चढ़ के हिस्सा ले रहा है, उत्तराखंड बहुत बढ़ चढ़ के हिस्सा ले रहा है, राजस्थान के भी काफी आंदोलन हो रहा है, तेजी से बढ़ रहा है। ठीक है, थैंक यू सो मच सुविंदर जी। तो अब हम चलते हैं अवतार सिंह की तरफ। अवतार जी, आपका माइक फर्स्ट तो म्यूट है, एक तो म्यूट हटा लीजिए पहले। हाँ जी, अब ठीक है मैम। हाँ जी अवतार जी, सत श्री अकाल जी। अवतार सिंह जी, ਤੁਸੀਂ जो कल अपने होया कि सेव फार्मर सेव डेमोक्रेसी ਦੇ ਅੰਦਰ ਇੱਕ ਅੰਦੋਲਨ ਦਾ ਇੱਕ ਨਵਾਂ ਮੋੜ ਜਿਹੜਾ ਆਇਆ ਹੈ 26, ਜਿਵੇਂ ਕਿ ਹੁਣੇ ਅਰੁਣਾ ਜੀ ਨੇ ਵੀ ਐਕਸਪਲੇਨ ਕੀਤਾ ਹੈ ਕਿ 26 ਜੂਨ 1975 ਦੇ ਵਿੱਚ ਵੀ ਇਦਾਂ ਦੀ ਐਮਰਜੈਂਸੀ ਲਗਾਈ ਗਈ ਸੀ ਤੇ ਉਸ ਨੂੰ ਮੈਮ ਮੈਂ ਦੱਸਦਾ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਮ। ਤੁਸੀਂ ਕਿਸਾਨਾਂ ਦੀ ਗੱਲ ਰੱਖ ਰਹੇ ਹੋ, ਖਾਸ ਕਰਕੇ ਅਰੁਣਾ ਮੈਮ। ਅਰੁਣਾ ਮੈਮ ਬੜੀ ਸਾਫ਼ ਸੁਥਰੀ ਪੱਤਰਕਾਰੀ ਕਰ ਰਹੇ ਨੇ। ਅਰੁਣਾ ਮੈਮ ਨੇ ਚੈਨਲ ਚਲਾਇਆ ਕਿਸਾਨ ਨਿਊਜ਼ ਚੈਨਲ, ਬਹੁਤ ਧੰਨਵਾਦੀ ਹੈ ਮੈਮ ਦੇ। ਬੜੇ
ਡੂੰਘਾਈ ਦੇ ਨਾਲ ਕਿਸਾਨਾਂ ਦੇ ਵਿੱਚ ਜਾ ਕੇ ਕਿਸਾਨਾਂ ਦੀ ਗੱਲ ਕਰਦੇ ਨੇ, ਸਾਫ਼ ਸੁਥਰੀ ਪੱਤਰਕਾਰੀ ਕਰ ਰਹੇ ਨੇ। ਮੈਡਮ ਨੂੰ ਸਲੂਟ ਆ, ਪਹਿਲੀ ਗੱਲ। ਬਿਲਕੁਲ ਜੀ ਬਿਲकुल। ਦੂਜੀ ਗੱਲ ਕੀ ਮੈਮ, ਕੀ ਚੀਜ਼ ਹੈ, ਮੈਮ ਨੇ ਵੀ ਗੱਲ ਕਰੀ ਆ ਕਿ ਕੱਲ ਦਾ ਦਿਨ ਹੀ ਕਿਉਂ ਚੁਣਿਆ ਗਿਆ। ਇਸ ਦਿਨ ਨਾ ਕਿਸੇ ਡਿਕਲੇਅਰ ਐਮਰਜੈਂਸੀ ਲਗਾਈ ਗਈ ਸੀ ਮੈਡਮ ਇੰਦਰਾ ਗਾਂਧੀ ਨੇ, ਉਦੋਂ ਦੀ ਪ੍ਰਧਾਨ ਮੰਤਰੀ ਨੇ। ਪਰ ਹਾਂਜੀ ਹੁਣ ਵੀ ਮੈਮ, ਹੁਣ ਵੀ ਇਸ ਟਾਈਮ ਵੀ ਐਮਰਜੈਂਸੀ ਲੱਗੀ ਵੀ ਹੈ, ਹੁਣ ਲੱਗੀ ਹੈ ਅਨਡਿਕਲੇਅਰਡ। ਉਸ ਟਾਈਮ ਵੀ ਜੇ ਕੋਈ ਹੱਕ ਸੱਚ ਦੀ ਗੱਲ ਕਰਦਾ ਸੀ, ਚੱਕ ਕੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਜਾਂਦਾ ਸੀਗਾ। ਕੀ ਸੀ ਉਸ टाइम भारतीय जनता पार्टी के ਜਿਹੜੇ नरेंद्र मोदी जी ਸੀਗੇ, वो पगड़ी पहनते थे, लुक छिप के रहते थे। और जे पार्टी है जो भाजपा पार्टी है ना, संघ के नेता थे, जे भी उस टाइम एमरजेंसी के खिलाफ थे। लेकिन जे पार्टी एमरजेंसी से लड़ती लड़ती एमरजेंसी में ही मर्ज होगी, एमरजेंसी करने लगी। उस टाइम भी जैसे अरुणा जी मैम है ना, पत्रकारी की बात साफ सुथरे ढंग से रखते हैं, उस टाइम भी थे। द इंडियन एक्सप्रेस अखबार था, उन्होंने अपना एक पेज था वो ब्लैंक छोड़ा था, खाली छोड़ा था कि जो पत्रकारी है वो करने नहीं देती सरकार, एमरजेंसी लगा छड़ी, हर किसी को जेल में डाल दिया जाता था। वो डिक्लेयर एमरजेंसी थी, चीज दिस रही थी लगाई है एमरजेंसी, लेकिन जो इस टाइम एमरजेंसी लगी हुई है वो अनडिक्लेयर्ड है। वो कह रहे हैं कि हम लोकतंत्र की बात करते हैं, स्वतंत्रता की बात कर रहे हैं, लेकिन क्या हो रहा है कि लगी एमरजेंसी है, किसी को बात नहीं करने दी जाती, पत्रकारों के कत्ल भी हो जाते हैं। ठीक है, दूसरी बात, तो आपने हेलो हाँ जी, आपने बोला क्या कि जो कल हुआ उसका क्या हुआ। हाँ जी, अपने देश के खेती मंत्री श्री नरेंद्र तोमर जी है, हम रिस्पेक्ट करते हैं उनकी, किसान है, हम रिस्पेक्ट करते हैं उनकी, पर उन्होंने जो कल हुआ उसमें एक बयान जारी किया कि हम किसानों से बात करने के लिए तैयार हैं। तो क्या हुआ, वो बात तो कहते हैं करने के लिए तैयार हैं, वो कह रहे हैं कि किसान है जो वो आ जाए, खेती बिल रद्द की बात ना करे, रिपील की बात ना करे। तो बताओ और हमारा एजेंडा ही क्या है। हमें तो ये कह रहे हैं कि भाई खेती कानून वापस ले लो, ये सही नहीं है। 10-12 बार इनसे बात होगी, क्लोज बाई क्लोज बात हो रही है, हर एक बात समझा रहे हैं, लेकिन ये समझने को तैयार ही नहीं है। तो मैम एक गोदी मीडिया है, अगर वो मीडिया जो अंतरराष्ट्रीय मीडिया है, नेशनल मीडिया है, वो हमारी बात उठाए तो ये जल्दी समाधान हो जाए। जो मीडिया है वो आपने सुना होगा, जब बात करता है वो कहना तो एबीपी न्यूज हो जाता है, तो कह रहा है मोदी न्यूज, उनसे सच निकल जाता है। ठीक है, ये आज का नहीं काम ये आज का काम नहीं चल रहा है, ये काफी टाइम से चल रहा है। अगर सरकार जहां मोदी की बजाय की और होती तो ये कारपोरेट घरानों ने तो ये खेती बिल तो लानी थे, किसान को तो मारना ही था। क्या है, आने वाले समय में जो फूड की किल्लत है वो आने वाली है सरकार को, और ये जो इनके अर्थशास्त्री है जो बोल रहे हैं कि खेती कानून ऐसे करो ऐसे करो, तो इनको भी पता है कि आने वाले समय में जो फूड की किल्लत है वो अंतरराष्ट्रीय पद्धर पे आने वाली है। फूड की किल्लत आने की वजह से तो खेती है वो खेती ही है ऐसी जो प्रॉफिट का धंधा रह जाएगा, सब धंधे डाउन में चले जाएंगे। तो आपने कोरोना काल में भी देखा कि जो खेती है सिर्फ वो ही लाहेबा धंधा रह गई थी, जीडीपी को वही उछाल दे रही थी, बाकी कोई भी ऐसी चीज नहीं थी जो लाभ में प्रॉफिट में थी। और सवाए अमानी अडानियों के शेयरों के सिर्फ वो बढ़ रहे थे या खेती बढ़ रही थी। तो अब सरकार खेती पे कब्जा कर रही है, तो हम बारी बारी प्रधानमंत्री जी को सभी को यही कह रहे हैं कि जो खेती कानून है भाई वो वापस ले लो, ये सही नहीं है। अगर जब हम किसान को ही नहीं अच्छे लगते तो खेती कानून लाए क्यों, किसान के लिए लाए हो, किसान को अच्छे नहीं लगते तो खेती कानून का भाई फायदा ही क्या। फायदा क्या है। तो दूसरी फायदा क्या है। दूसरी बात मैम ये कह रही है कि ये जो आंदोलन है ये हम शांतिमय चला रहे हैं, तो ये शांतिमय ही चलता रहेगा। हम कोई वायलेशन वगैरह नहीं करेंगे, आराम से करेंगे। जो वायलेशन कर रही है वो सरकार ही कर रही है, कोई किसी तरह से कर रही है, कभी लाठी चार्ज करवा देती है। लेकिन जो किसान है, कल भी आपने देखा किसान शांतिपूर्वक रहे। पंजाब में जो चंडीगढ़ में प्रदर्शन हुआ, हम जा रहे थे, बड़ा उन्होंने लाठी चार्ज किया, लेकिन किसानों ने, आपने देखा होगा किसानों ने किसी को कुछ नहीं किया। और किसान आप देखा होगा लंगर और पानी की शिविर की सेवा भी कर रहे थे, पुलिस वालों को सिखा रहे थे। ये नहीं था कि ये हमें, उनको पता था कि हम जाएंगे आगे तो सरकार के भेजे हुए बंदे जो हमें मारेंगे, पर वो उनको भी पानी सिखा रहे थे। आपने देखा होगा कि एक बुजुर्ग था, पड़ रही थी, वो 2 रोटी लेके पहुंच गया पुलिस के पास कि लो भाई लंगर छक लो। तो ये जो हमारे किसान है, अन्नदाता कहा जाता है इनको, तो ये अन्न देने वाले हैं, ना कि किसी के साथ बैर विरोध करने वाले हैं।
आगे भी हमारा जो प्रोटेस्ट है वो शांति पूर्वक रहने वाला है, हम किसी को कोई तंग नहीं करने वाले। तो ये बोलते हैं कि किसान पिकनिक मनाने आए हैं, तो मैम अरुणा मैम जी तो गए हैं, उन्होंने कवर किया है, छत चोने लग जाती हैं, कभी अंधेरी आती है तो हमारे तंबू उड़ जाते हैं। गाजीपुर बॉर्डर पर देखा 2-3 किसानों के सिर फूट गए, वो आगे से सिर पर बजा, वो लठ बजी जो उन्होंने लगाया हुआ था, अपना छप्पर वगैरह डाला हुआ था। तो किसान पिकनिक मनाने नहीं आए हैं, किसान तो दुखी होके आए हैं। उनको पता है कि जो आगे के हमारे बच्चे हैं, जो बिल है वो किसान समझ गया है। यही दिक्कत है सरकार को खा रही है कि ये कह रहा है सरकार किसान को बिल समझ नहीं आया। यही दिक्कत है कि किसान जो बिल है वो समझ गया, और जो आगे आने वाला समय है वो किसान को पता है कि ये जो बिल लाए हैं, ये जैसे आज आप, एक मैं बात आपको और बताता हूँ बीच में, आप जो मुझे 30 सेकंड दें। तो क्या है ना, एक सरों है, सरों तेल तो आप सभी यूज करते हो, सरसों का तेल। बिल्कुल। सरसों का तेल महंगा होने की यही वजह है। पंजाब, हरियाणा और राजस्थान से रामदेव की जो रामदेव जो अडानी अडानी है, इन्होंने तेल खरीद लिया, तेल का स्टॉक कर लिया। तो अब तेल का देखो भाव क्या है। तो आगे भी यही समय आने वाला है, ऐसे ही वे करेंगे। कनक चावल जोना एक बार खरीद लेंगे, दूसरे तीसरे बार जब आड़ती भाग जाएंगे तो ये अपने नजारे से लेंगे, जितना दिल करेगा वही रेट लेंगे। तो हमें ये पता है कि बिल क्या कैसा आगे होने वाला है, तभी हम इस बिल का विरोध कर रहे हैं, हम शांतिपूर्वक कर रहे हैं। हम दूसरी बात, हम आगे भी वो क्या कर रहे हैं, पीजे लगाएंगे, हम आगे भी पीजे लगाएंगे। मौसम अच्छा आने दो, हम और ज्यादा भीड़ बढ़ेगी वहाँ, पीजे भी लगाएंगे, बर्गर भी लगाएंगे, खोआ भी निकालेंगे। क्या बात वो भाई ने बताया, हमारे खुद के पशु है यार, हमारी खुद की खेती है, हम कुछ भी खाएं पिए कहीं बैठे, जिसका क्या है। हम लोगों को दूसरी बात, खिलाते हैं तो खुद भी एक खाएं। ना पंजाबी में ना एक कहावत है, जिसकी लहगी लोई उसका क्या करेगा कोई। क्या मतलब कि जिसकी शर्म ले जाए, संग ले जाए, सेम लो उतर जाए। वो इनकी जो सरकार की सेम है वो उतर जाए। धरने प्रदर्शन होते किसके लिए हैं? धरने प्रदर्शन होते हैं सरकार को जगाने के लिए, सरकार तक बात पहुंचाने के लिए। तो लेकिन ये सरकार तो बेशर्म हुई बैठी है। कभी यार 7-7 महीने 8-8 महीने आंदोलन चलता है, धरना चलता है। ये तानाशाह सरकार थोड़ी है, कह रहे तो लोकतंत्र है। तो आपने देख ही लिया पहले बंगाल में, ऐसा करेंगे तो लोकतंत्र वैसे ही होगा, इनको पड़ेगी। वो मंदिरों का पैसा खा रहे हैं, कभी कुछ खा रहे हैं। तो ये सरकार है मैम, आगे ज्यादा देर चलने वाली नहीं है। पंजाब में, अपने यूपी में चुनाव आने वाले हैं, यूपी में टकैत साहब देख रहे हैं, आगे भी वो बोल रहे हैं, वो दवाई पहले बांटी, वो दवाई यूपी में बांटने वाले हैं। तो असर इसका किसान आंदोलन का सारे देश में है, सारे देश का आंदोलन है शुरू। हालांकि पंजाब ने किया था, हमारे भाई हरियाणा वाले वो हमारे साथ रहे, और अब सारा देश है जो, वो सारा देश है हमारे साथ लगा हुआ है। आगे भी ये आंदोलन चलता रहना है। क्या है, पता क्या है मैम, ऐसी बात है, एक बार खेती कानून जो वापस हो जाए, अगर खेती कानून वापस हो जाए तो आगे ये सरकार और ऐसा बिल नहीं ले निकालेगी। अगर ये खेती कानून वापस नहीं होते तो सरकार ऐसे 10 बिल और लाएगी, जैसे वो बिजली वाला बिल आया था। किसान अपनी इच्छा है, किसान की जो फसल है, किसान पशु रखता है घर में, पशु नहलाए, पशु पलाए, जो तो बिल है किसान के। अगर आप पशु रखोगे 2 से ज्यादा तो आपके मीटर लग जाएगा, कमर्शियल मीटर लगेगा। ये कमर्शियल मीटर की क्या, हम इंडियन लोग हैं, हम गवर्नमेंट जो चलाते हैं, जो मोदी जी जहाज में घूमते हैं, वो हमारी जेब से निकला हुए पैसे से घूमते हैं। इनको समझ ही नहीं है, इनका दिमाग ही नहीं है कि हम जो खाते पीते हैं, ऐश करते हैं, जो इनका डंडा चलाते हैं, जो पुलिस हमारे मारती है, इनको तनख्वाह तो हम देते हैं। हम जब सुबह उठते हैं, एक चाय का कप पीते हैं, तब से हम टैक्स देना स्टार्ट कर दे, कपड़ा लाते हैं तब टैक्स देते हैं। सरकार तो हमारे टैक्स से चलती है। हमारे जो कह रहे थे ना कि गरीब कहाँ टैक्स देता है, अरे यार गरीब टैक्स देता है जो रिटर्न भरता है इनकम टैक्स, कल वही टैक्स नहीं देता। किसान भी टैक्स देता है, गरीब भी टैक्स देता है। हमारे पास मान लो जब अच्छा जोना हो जाए, फसल हो जाए, नरमे की हो जाए, तो हमारे पास जो लेबर काम करती है वो भी बूट खरीदने जाएगी, चप्पल खरीदने जाएगी, कपड़ा खरीदने जाएगी, टैक्स देगी उस पर कि नहीं देगी? वो सरकार ने कवर करना है, उससे व्यापारी से कवर करे ना करे। जैसे उन वो जो आ रहा है, खेत मंडी में आ रहे हैं, उनको छूट दे रही है कि आप कितनी भी फसल खरीदो, आपको कोई टैक्स नहीं पड़ेगा। वो उनको कह रहे हैं पैन कार्ड पे फसल खरीद लो, वो खरीद के भाग जाएगा। 1-2 जगह हुआ भी है। तो हमारी मंशा कोई वायलेशन करने की कुछ नहीं है, हम शांतिपूर्वक है। आगे भी किसान मोर्चा है, जो संयुक्त मोर्चा है, वो प्रोग्राम देता रहेगा। हम आगे भी प्रोग्राम फॉलो करते रहेंगे, वायलेशन नहीं करेंगे। शांतिपूर्वक जो आंदोलन है वो हमारा चलता रहेगा। जो कानून है सरकार आज वापस कर ले, कल कर ले, परसों कर ले, जिस दिन कानून वापस कर लेगी सरकार, हम खुशी खुशी अपने घर लौट जाएंगे। हमारा कोई दिल नहीं करता कि हम बारिश में बैठे, हम ठंडे में बैठे, हम नहेरी में बैठे।
तो यही बात है, जो कल का प्रोटेस्ट था उसका बहुत असर हुआ है, उससे तोमर का बयान आया, सारी सरकार हिल चुकी है। क्या सरकार अब अपनी नाक बचा रही है और कुछ नहीं है, सरकार सिर्फ नाक बचा रही है। बिल्कुल बिल्कुल, थैंक यू सो मच अवतार जी, बहुत अच्छी तरह एक्सप्लेन किया। तो इसी आप चलते हैं रोमा जी वाल। रोमा जी, आप जो है कवरिंग दे रही हैं इस प्रोटेस्ट को काफी समय से, तो कल भी जो कुछ हुआ, तो सेव फार्मर सेव डेमोक्रेसी के अंदर जो भी हुआ आपने कवरिंग किया, तो आपके अनुसार कैसा रहा ये सब? और किसानों के साथ कोई अन्याय तो नहीं हुआ कल उन पर, जो जैसे पंजाब में लाठीचार्ज वगैरह हुआ, बाकी किसी स्टेट में ऐसी कोई बात, ऐसी कोई खबर, और इसका कितना असर रहा? जी बिल्कुल, एक्चुअली 7th मंथ से हम लोग, हमारी पूरी टीम मिलकर, और कभी यूट्यूब पर चैनल्स भी हैं वो सब इसको कवर कर रहे हैं, किसान आंदोलन को, और लगातार हम लोग इस पर नजर बनाए रखे हैं। उसके बाद बीच बीच में काफी प्रोग्राम्स होते रहते हैं जो सरकार को जगाना चाहते हैं। किसानों को लगता है कि शायद सरकार सो गई है, नॉक नॉक करने के लिए, उन्हें उठाने के लिए बीच बीच में आंदोलन के बड़े कार्यक्रम चलते रहते हैं, चाहे वो किसान हो या महिलाएं हो, सब बढ़ चढ़कर आगे आती हैं। महिलाएं अपनी फैमिली को छोड़कर यहाँ पर 2-2, 3-3 दिन लगातार रही हैं अपने बच्चों के साथ। तो ये सीन हमने देखा है, बहुत ही भावुक, तो दिल दहला देने वाले सीन थे। किस तरीके से लोगों की डेथ हुई, किसान मारे गए, पूरा सिनेरियो है ना हमारे सामने रहता है, वो 24 घंटे आंखों के सामने ये सीन हमारे चलते रहते हैं। अब बात की जाए कल के दिन की, जो 26 जून का जो बहुत बड़ा दिन कल का माना जाएगा, सेव फार्मर्स सेव डेमोक्रेसी, ये बहुत ही सुनहरे अक्षरों में लिखा जाएगा ये दिन भी, कि जो भी पहले कार्यक्रम हुए हैं वो लोगों को अभी तक याद है, सभी किसानों को भी, और देश के लोग भी सभी देख रहे हैं इन चीजों को। साथ में मैं आपको ये कहना चाहूंगी, हमारा कृषि प्रधान देश, 70% फार्मर्स है हमारे, ठीक है, लेकिन इस समय कल के दिन काफी भीड़ इकट्ठी हुई, हम मानते हैं। किसानों की जो फसलें हैं वो कट चुकी हैं, ठीक है, उसके बाद किसान अब बिल्कुल फ्री है। अब अपनी फसलों को बेचने के लिए वो देख रहे हैं आगे क्या प्रोसेस लिया जाता है। किसान बिल्कुल फ्री है, लेकिन उनको अब आकर दोबारा आंदोलन में बैठ जाना चाहिए। कल का दिन काफी बड़ा रहा, सक्सेस रहा, बहुत बढ़िया रहा। कई स्टेट में थोड़ी सी दिक्कतें आई, लेकिन किसानों ने अपना सब्र बनाए रखा। अब मेन हमारा ये मुद्दा है कहने का कि किसानों को वापस आ जाना चाहिए। पहले भी काफी अफवाहें उड़ी, किसान नहीं है, किसान वापस चले गए, फिर किसानों से बात करने पर हमें पता चला किसान जा रहे हैं, किसान आ रहे हैं, कॉन्फ्रेंस बनी हुई है, ठीक है, आ जा रहे हैं। लेकिन कल के प्रोग्राम के बाद अब किसानों को ये चाहिए कि लगातार यहाँ बैठे। अगर वो यहाँ नहीं बैठते तो इसका सीधा सीधा फायदा जाता है सरकार को, सरकार उठाएगी, पॉइंट वाली बात, बिल्कुल, ठीक है। मीडिया पहुंचती है, मीडिया दिखा रही है, इसका सारा जो खेल है ना, जो इसका पूरा निचोड़ा फायदा उठा के लेके जा रही है इस समय मीडिया क्यों लेके जा रही है? पेट्रोल महंगा हो रहा है, डीजल महंगा हो रहा है, महंगाई बढ़ रही है, कोरोना की भी लहरें आपने देखी किस तरीके से देश के हालात रहे। तो किसान आंदोलन से हटाकर देश और दुनिया के लोगों को, सबको कहाँ लिए जा रहे हैं हम लोग? उलझाया हुआ है इस समय ना, किसानों को, दुनिया को, सब लोगों को उलझा रखा है सरकार ने। मीडिया वाले अपने मिर्च मसाले लगा रहे हैं, लोगों को कहीं और डाइवर्ट कर रहे हैं, उनका माइंड कहीं और चल रहा है, लेकिन किसान नहीं बैठे, मेहनत कर रहे हैं। फिर से कल एक फोटो वायरल हो रही है टिकैत जी की, उनके रूम में एसी लगा हुआ है कि वो रिलैक्स कर रहे हैं, सो रहे हैं। अगर उस बात को देखा जाए तो उससे हम कंपेयर करते हैं हमारे मुख्यमंत्री योगी जी। एक किसी इंसान की डेथ हो गई थी किसी हादसे में, उससे जब मिलने गए थे वो लोग, तो उनकी फैमिली में सोफा, कूलर, एसी, फ्रिज सब कुछ अरेंज करवाया गया कि योगी जी आ रहे हैं। उनके जाने के बाद सभी सामान वापसी ले गए थे, कुछ नहीं छोड़ा था उस फैमिली के घर में। बिल्कुल सही बात। तो बाद में वो ठंडा पानी भी नहीं पी सकते। तो इन चीजों को कंपेयर करना चाहिए, जो अब जो जिस चीज का एलिगेशन लगा रहे हैं उन चीजों से कंपेयर करना चाहिए कि उस समय क्या हुआ था और अब क्या हुआ था। किसान हमारे बहुत भोले हैं, वो बैठे हैं, आंदोलन कर रहे हैं। टिकैत जी भी जगह जगह जा रहे हैं, यूपी का भी हालात अब सामने आ रहे हैं कि किस तरीके से चीजों को देखा जाएगा। आप पश्चिमी उत्तर प्रदेश की बात करते हैं, वहां जब खरीदारी केंद्र हैं जो वो बंद कर दिए गए हैं। जो आड़ती रहते हैं वो 1400-1600 टन के प्रति लोगों से गन्ना जो भी है चीजें खरीद रहे हैं, लेकिन उनकी 15 करोड़ के आसपास उनकी जो कीमत है रोक ली गई है। अब टिकैत जी को चाहिए कि इन्हीं चीजों को वो आंदोलन में भी लेकर आए ना,
वो चीजें थोड़ी उन्होंने पीछे रखी है, उन चीजों को उनको आंदोलन में भी लेके आना चाहिए। सब चीजों को शामिल करें, क्योंकि है तो वो खेती से ही संबंधित ना, सब कुछ है तो किसान से ही जी। इन चीजों को आगे लेकिन ये मुद्दे भी उठाने चाहिए, आम जनता को इन चीजों के बारे में भी पता लगना चाहिए कि इस समय किसान किन चीजों से जूझ रहे हैं। ठीक है, हम ऊपर के चैप्टर दिखाते हैं पर जो डीपली चीजें हैं ना वो नहीं दिखा पा रहे, मीडिया तो नहीं दिखाएगी, ऑब्वियस है मीडिया नहीं दिखाएगी, लेकिन जो किसान है उन्हें आके तो अपनी बात तो जैसे जिस तरीके से हम रख रहे हैं, आप रख रहे हैं, उनको भी ये चीज दिखानी चाहिए। बिल्कुल रोमा जी, बिल्कुल आपने सही कहा। लेकिन जैसा कि आपने भी कहा, अवतार ने और सुविंदर ने भी यही कहा कि बहुत ही मीडिया अभी रोज भी आपको बता के गए हैं कि मीडिया जो सच्चाई है वो नहीं बताता। बहुत कम मीडिया है, जैसे अरुणा जी है, ये तह तक जाते हैं, सबको बताते हैं, लेकिन मोस्ट ऑफ द जो इंडियन मीडिया है वो बिका हुआ है, क्योंकि वो पैसे के लिए काम करता है, सरकार के हक में काम करता है। वो जो जैसे आप टिकट का कह रहे हैं कि उसका एसी में बैठे हुए रेस्ट करते वीडियो वायरल हो गए, क्यों भाई, क्या उनको एसी में बैठने का हक नहीं है? किसान अगर पिज्जा खा रहा है तो किसान को खाना खाने का हक नहीं है? यही तो बात है। हाँ जी, ये सारी फैसिलिटी कृषि प्रधान देश कहने के लिए कृषि प्रधान देश है। देनी चाहिए। आवाज मेरी आप सुन पा रहे हो? हाँ जी सुविंदर, हेलो, हाँ जी हम सुन पा रहे हैं, आप बोले। हाँ जी सुविंदर जी, हम आपकी आवाज को सुन सकते हैं, बोले आप। हेलो, हाँ जी सुविंदर, बोले आप। अब यही तो दुर्भाग्यपूर्ण बात है, कहने के लिए कृषि प्रधान देश है, लेकिन आज किसान के बच्चे हैं, किसान को अच्छे कपड़े पहनने तो किसान ने अच्छे कपड़े पहन रखे हैं। क्या किसान जब पूरे हम देश का पेट भर सकते हैं, पूरे विश्व का पेट भर सकते हैं, क्या हम एसी में नहीं सो सकते? अब योगी आदित्यनाथ जी को ले लो, वह कहने के लिए फकीर है, वैसे वो 80 लाख की गाड़ी में चल रहे हैं, मर्सिडीज में। अभी जब वो दिल्ली आए थे मोदी जी से मिलने, तो मर्सिडीज गाड़ी में बैठे हुए थे वो तो मर्सिडीज में चले सन, तो वो अच्छा कृषि प्रधान देश में किसान एसी में सोए, तो इस बात पे बवाल हो जाता है। और मैम जब कोरोना काल था तो पूरा देश की जीडीपी माइनस में थी, तो उस टाइम बस कृषि प्रधान देश में कृषि की जीडीपी पॉजिटिव में आई थी। सबसे ज्यादा ट्रैक्टर बिके जब सब चीज बिकनी बंद हो गई, देश को किसान ने मजबूत करा उस टाइम भी वहां पे। बिल्कुल सुविंदर जी, किसान ही देश का आधार है, यही अन्नदाता भी है, और हर फील्ड में किसान का ही योगदान है। किसान के बिना तो कुछ भी संभव नहीं है, ना रोटी, ना कपड़ा, ना मक्का। अरुणा जी, आप कुछ कहना चाहेंगे इसके बारे में? और नहीं, मुझे बहुत अच्छा लग रहा है युवा किसान नेताओं से बात सुनकर, अवतार जी से और ये सुरविंदर जी से, कि कितनी सेंसिटिविटी से, कितनी प्लानिंग से ये लोग अपना किसान आंदोलन की बात करते हैं, अपनी बात रख रहे हैं। और जब देश का युवा अपने अधिकारों के लिए जाग रहा है, अपनी बात रख रहा है और किसानी की बात कर रहा है, तो सोचिए कि इस आंदोलन को सफल होने में कोई नहीं रोक सकता। लेकिन फिर भी एक बार फिर हम सब सरकार से अनुरोध करते हैं कि इस ओर तवज्जो दे, कि किसानों की मांगों को देखे, एक सहानुभूति पूर्वक रवैया अपनाए, किसानों की समस्या को हल करे। 500 किसान कोई कम नहीं होते। एक एक्सीडेंट में अगर कोई 100, 10, 20 लोग हो जाते हैं तो तहलका मच जाता है। यहाँ 500 किसान से ज्यादा जा चुके हैं। क्या वो धरती पुत्र अन्नदाता आपके देश के नहीं है? मेरा सिर्फ इतना ही कहना है। थैंक यू अरुणा जी, थैंक यू अवतार जी, रोमा जी, सुविंदर जी, आप सबका बहुत बहुत धन्यवाद। आप लोगों ने टाइम दिया और रियली अप्रिशिएट यू गाइस की आप लोग बहुत अच्छा काम कर रहे हैं। नौजवान, आप जो यंग फार्मर्स लीडर्स हो, अच्छे से काम कर रहे हो, कि भगवान आपकी मेहनत को जरूर सफलता देगा और ये सब जो है आंदोलन खत्म हो जाएगा और सब हंसी खुशी होगा। उम्मीद यही है। जैसे कि मैं बाकी दर्शकों से भी बात कर रही हूँ कि जिਵੇਂ कि तुसी देखिया, अवतार जी ने भी दसिया, हुणे सुविंदर जी और रोमा जी ने भी यही गल कही, और उन्होंने जिवें कि किसान अगर कुछ भी करता है तो ਉਹਦੇ ਉੱਪਰ सवाल खड़े किए जाते हैं। पिज्जा खा रहा है, एसी के नीचे आराम कर रहा है, या ये बला बला बला। किसान जिहड़ा हैगा ना तो ਉਹਦੇ बगैर ਤੁਹਾਡੀ रोटी चल सकती है, कपड़ा कपा तो आंदा ना, तुसी कपड़ा पहन सकते हो, मकान दे लई लकड़ी चाहिए, कुछ भी चाहिए, वो भी किसान तो बिना नहीं है।
ਸੋ ਹਰ ਕੰਮ ਦੇ ਵਿੱਚ ਕਿਸਾਨ ਹੈ। ਜੇ ਕਿਸਾਨ ਹੀ ਇੱਕ ਦੇਸ਼ ਦਾ ਆਧਾਰ ਹੈ ਤੇ ਕਿਸਾਨ ਨੂੰ ਕੀ ਆਪਣੀ ਜ਼ਿੰਦਗੀ ਜੀਣ ਦਾ ਹੱਕ ਨਹੀਂ ਹੈ ਕਿ ਉਹ ਖਾ ਨਹੀਂ ਸਕਦਾ, ਕਿ ਉਹ ਆਰਾਮ ਨਹੀਂ ਕਰ ਸਕਦਾ? ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਹੈ, ਦੇਸ਼ ਦਾ ਪ੍ਰਧਾਨ ਮੰਤਰੀ ਮਤਲਬ ਦੇਸ਼ ਦਾ ਰਾਜਾ, ਤੇ ਦੇਸ਼ ਦੇ ਰਾਜਾ ਦਾ ਫਰਜ਼ ਹੁੰਦਾ ਹੈ ਆਪਣੀ ਜਨਤਾ ਦੀ ਰੱਖਿਆ ਕਰਨਾ। ਕਿ ਮੋਦੀ ਜੀ ਇਸ ਚੀਜ਼ ਵਿੱਚ ਨਹੀਂ ਬੈਠਦੇ? ਮੋਦੀ ਜੀ ਦੇ ਖਾਣਿਆਂ ਦੀ ਤਾਰੀਫ ਹੁੰਦੀ ਹੈ ਕਿ ਮੋਦੀ ਜੀ ਨੇ ਮੇਥੀ ਵਾਲਾ ਪਰੌਂਠਾ ਖਾਦਾ, ਮੋਦੀ ਜੀ ਨੇ उगाया कितने, उगाया कितने, किसान ने उगाया। ਇੱਕ ਇੱਕ ਕੱਪੜਾ ਜਿਹੜਾ ਹੁੰਦਾ ਹੈ ਉਹ ਪਤਾ ਨਹੀਂ ਕਿੰਨੇ ਕਿੰਨੇ ਲੱਖ ਦੀ ਉਹਦੀ ਡਰੈਸ ਬਣਦੀ ਹੈ। ਠੀਕ ਹੈ, ਉਹ ਪ੍ਰਜਾ ਦੀ ਸੇਵਾ ਛੱਡ ਕੇ ਸਿਰਫ ਆਪਣੇ ਡਰੈਸ ਤੇ ਖਾਣ ਪੀਣ ਤੇ ਧਿਆਨ ਦੇ ਰਿਹਾ ਹੈ। ਔਰ ਕਿ ਜਿਹੜਾ ਇਸ ਦੇਸ਼ ਨੂੰ ਚਲਾਉਣ ਵਾਲਾ ਹੈ ਉਹਦੇ ਸਿਰਫ ਇੱਕ ਪੀਜ਼ਾ ਖਾਣ ਤੇ ਉਹ ਸਵਾਲ ਖੜਾ ਕਰ ਦਿੱਤਾ ਜਾਂਦਾ। ਜਦਕਿ ਕੰਮ ਤਾਂ ਇਹ ਕਿਸਾਨ ਦੇਸ਼ ਜਿਹੜੇ ਜੋ ਕੁਝ ਵੀ ਅੰਦੋਲਨ ਕਿਸਾਨ ਕਰ ਰਹੇ ਨੇ ਨਾ, ਇਹ ਮਤਲਬ ਹੀ ਨਹੀਂ ਹੋਣਾ ਚਾਹੀਦਾ ਦੇਸ਼ ਦਾ ਰਾਜਾ ਕਿਸ ਲਈ ਬਣਾਇਆ ਜਾਂਦਾ ਹੈ? ਆਪਣੇ ਦੇਸ਼ ਦੀ ਰੱਖਿਆ ਕਰਨ ਲਈ। ਇੰਨੇ ਦੁਖੀ ਕਿਉਂ ਹੋ ਗਏ ਕਿਸਾਨ? ਇੰਨੀ ਦੁਖੀ ਕਿਉਂ ਹੋ ਗਈ ਪਬਲਿਕ? ਅੱਜ ਕਿਸਾਨ ਹੀ ਇਕੱਲਾ ਦੁਖੀ ਨਹੀਂ ਹੈ, ਹਰ ਘਰ ਦੇ ਵਿੱਚ ਦੁੱਖ ਹੈ ਸਿਰਫ ਇੱਕ ਮੋਦੀ ਕਰਕੇ, ਸਰਕਾਰ ਕਰਕੇ। ਘਰ ਦੀ ਸੁਆਣੀ ਚੁੱਲ੍ਹੇ 'ਚ ਬੈਠੀ ਗਾਲਾਂ ਕੱਢਦੀ ਪਈ ਹੈ, ਚੌਂਕੇ ਦੇ ਵਿੱਚ ਬੈਠੀ ਕਿੱਥੋਂ ਲੈ ਕੇ ਆਏਗੀ ਇੰਨਾ ਮਹਿੰਗਾ ਤੇਲ, ਹੋ ਇੰਨੀ ਮਹਿੰਗੀ ਗਰੋਸਰੀ ਹੋ। ਜਿਵੇਂ ਕਿ ਹੁਣੇ ਅਵਤਾਰ ਜੀ ਨੇ ਵੀ ਦੱਸਿਆ ਕਿ ਇਹ ਜਿਹੜੀ ਗਰੋਸਰੀ ਹੈ, ਅਨਾਜ ਹੈ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜ਼ਿਆਦਾ ਮਹਿੰਗਾ ਹੋਣ ਵਾਲਾ ਹੈ, ਕਿਉਂਕਿ ਕਿਸਾਨ ਵਿਚਾਰੇ ਤਾਂ ਅੰਦੋਲਨ ਵਿੱਚ ਨੇ। ਫੇਰ ਵੀ ਕਿਸਾਨ ਚਲੋ ਫਸਲਾਂ ਮਾੜੀ ਮੋਟੀ ਜਿੰਨੀ ਹੈ ਉਹਦੇ ਨਾਲ ਇੰਨੀ ਜਿਹੜਾ ਸਾਡਾ ਵੱਡਾ ਦੇਸ਼ ਹੈ ਸਾਰਿਆਂ ਦਾ ਪੇਟ ਤੇ ਮੁਸ਼ਕਿਲ ਹੈ ਨਾ ਭਰਨਾ। ਤੇ ਜ਼ਾਹਿਰ ਹੈ ਕਿ ਅਗਰ ਸਰੋਂ ਦਾ ਤੇਲ ਮਹਿੰਗਾ ਹੋ ਸਕਦਾ ਹੈ, ਪਿਆਜ਼ ਮਹਿੰਗੇ ਹੋ ਸਕਦੇ ਹਨ, ਸਾਰੀ ਚੀਜ਼ਾਂ ਜਿੰਨੀਆਂ ਚੀਜ਼ਾਂ ਮਹਿੰਗੀਆਂ, ਤੇ ਗਰੀਬ ਬੰਦਾ ਜਿਹੜਾ ਬੈਠੇ ਨੇ ਵਿਚਾਰੇ ਲੇਬਰ, ਉਹ ਆਪਣਾ ਘਰ ਕਿਵੇਂ ਚਲਾਉਣਗੇ? ਤੇ ਹੁਣ ਮੈਂ ਇੱਥੇ ਆਂਦੀ ਆ ਕਿ ਗੋਦੀ ਮੀਡੀਆ ਜਾਂ ਇੰਡੀਆ ਦਾ ਕੋਈ ਵੀ ਮੀਡੀਆ ਜਿਹੜਾ ਸੱਚ ਨਹੀਂ ਦਿਖਾਉਂਦਾ, they are not doing good। ਮੀਡੀਆ ਦਾ ਕੰਮ ਹੈ ਸੱਚਾਈ ਦੇ ਨਾਲ ਰੂਬਰੂ ਕਰਵਾਉਣਾ ਤੇ ਕਿਸਾਨਾਂ ਦੇ ਨਾਲ ਸਾਥ ਦੇਣਾ ਤਾਂ ਜੋ ਸਾਡੇ ਦੇਸ਼ ਦਾ ਸੁਧਾਰ ਹੋ ਸਕੇ। ਮੀਡੀਆ ਦਾ ਕੰਮ ਸੱਚਾਈ ਵਿਖਾਉਣਾ ਹੁੰਦਾ, ਮੀਡੀਆ ਦਾ ਕੰਮ ਚਾਪਲੂਸੀ ਕਰਨਾ ਨਹੀਂ ਹੁੰਦਾ। ਸੋ ਇੱਥੇ ਪ੍ਰੀਤਨਾਮਾ ਅਸੀਂ ਹਰ ਖਬਰ ਨੂੰ ਤੁਹਾਡੇ ਤੱਕ ਜਿੰਨੀ ਵੀ ਫਾਰਮਰਸ ਨਾਲ ਅਸੀਂ ਹੁਣ ਤੱਕ ਸ਼ੋਅ ਕੀਤੇ ਨੇ, ਤੁਹਾਨੂੰ ਹਰ ਗੱਲ ਦਿਖਾਈ ਹੈ, ਦਿਖਾਉਂਦੇ ਰਵਾਂਗੇ, ਸਾਨੂੰ ਕੋਈ ਡਰ ਨਹੀਂ। ਸਾਡੇ ਇੱਥੇ ਵੀ ਇਦਾਂ ਦੇ ਬੜੇ ਮੀਡੀਆ ਹੈਗੇ ਨੇ, ਹੁਣੇ ਡਾਕਟਰ ਰਾਜਵਿੰਦਰ ਕੌਰ ਵੀ ਤੁਹਾਡੇ ਨਾਲ ਜੁੜੇ ਸੀ। ਕਿਸਾਨਾਂ ਦੀ ਜਿਹੜੀ ਉਹਨਾਂ ਨੇ ਇੱਕ ਜੋ ਵਿਵਸਥਾ ਹੈ ਇਸ ਵਕਤ, ਉਹ ਸਾਰੀ ਉਹਨਾਂ ਨੇ ਦੂਸਰੀ ਕਮਿਊਨਿਟੀ ਨੂੰ ਦਿਖਾਉਣ ਦੇ ਲਈ ਅਗਰ ਉਹਨਾਂ ਨੇ ਇੱਕ ਬੁੱਕ ਦਾ ਵੀ ਵਰਗੀ ਬੁੱਕ ਲਾਂਚ ਕੀਤੀ। ਸਭ ਉਹਨਾਂ ਨੇ ਇੱਕ ਜੋ ਕੁਝ ਵੀ 7 ਮੰਥ ਦੇ ਵਿੱਚ 6 ਮੰਥ ਦੇ ਵਿੱਚ ਸੌਰੀ ਲਾਸਟ ਮੰਥ ਹੋਇਆ ਪ੍ਰੋਗਰਾਮ, 6 ਮੰਥ ਦੇ ਵਿੱਚ ਜੋ ਕੁਝ ਵੀ ਕਿਸਾਨਾਂ ਨਾਲ ਹੋਇਆ ਉਹਨਾਂ ਨੇ ਡਾਕੂਮੈਂਟਰੀ ਫਿਲਮ ਤਿਆਰ ਕਰਕੇ ਸਭ ਨੂੰ ਦਿਖਾਈ। ਤੇ ਉਸ ਪ੍ਰੋਗਰਾਮ ਦੇ ਵਿੱਚ ਬਾਕੀ ਸਾਰੀ ਕਮਿਊਨਿਟੀਜ਼ ਵੀ, ਨਹੀਂ ਜਸਟ ਇੰਡੀਅਨ ਹੀ ਨਹੀਂ, ਸਪੈਨਿਸ਼, ਵਾਈਟ, ਹਰ ਤਰ੍ਹਾਂ ਦੇ ਲੋਕ ਆਏ ਸਨ ਜਿਨ੍ਹਾਂ ਨੇ ਹਾਲਾਤ ਦੇਖੇ ਕਿਸਾਨਾਂ ਦੇ। ਸੋ ਇੱਥੇ ਵੀ ਬੜਾ ਸਾਰਾ ਮੀਡੀਆ ਹੈਗਾ ਜੋ ਕਿਸਾਨਾਂ ਦੀ ਸੱਚਾਈ ਨੂੰ ਲੋਕਾਂ ਤੱਕ ਨਹੀਂ ਜਾਣ ਦੇਣਾ ਚਾਹੁੰਦਾ। ਉਹ ਕਿਸਾਨਾਂ ਦੇ ਕਈ ਤਰ੍ਹਾਂ ਦੇ ਇਲਜ਼ਾਮ ਲਗਾ ਕੇ ਉਹ ਇਹਨਾਂ ਚੰਗੇ ਕੰਮਾਂ ਨੂੰ ਰੋਕਣਾ ਚਾਹੁੰਦਾ ਹੈ। ਸੋ ਵੀ ਡੋਂਟ ਕੇਅਰ, ਸੱਚਾਈ ਦੀ ਹਮੇਸ਼ਾ ਜਿੱਤ ਆਉਂਦੀ ਹੁੰਦੀ ਆਈ ਹੈ। ਇਹ ਤਾਂ ਅਸੀਂ ਰਾਮਾਇਣ ਮਹਾਭਾਰਤ ਕਾਲ ਤੋਂ ਦੇਖਦੇ ਆਏ ਹਾਂ ਕਿ ਸੱਚ ਦੀ ਹੀ ਜਿੱਤ ਹੁੰਦੀ ਹੈ, ਹੋਵੇਗੀ ਜ਼ਰੂਰ। ਪਰ ਮੇਰਾ ਸਵਾਲ ਇੱਕ ਮੋਦੀ ਜੀ ਨੂੰ ਹੈ, ਅਗਰ ਪਹੁੰਚਦਾ ਹੋਵੇ ਤਾਂ ਕਿ ਅਗਰ ਤੁਸੀਂ ਇਹ ਦੇਸ਼ ਦੇ ਰਾਜਾ ਹੋ ਕੇ ਤੁਹਾਡੇ ਚਾਹ, ਤੁਹਾਡੇ ਪਰੌਂਠੇ, ਤੁਹਾਡੇ ਲੰਚ, ਤੁਹਾਡੇ ਡਰੈਸਾਂ ਦੀ ਚਰਚਾ ਹੁੰਦੀ ਹੈ, ਤੁਸੀਂ ਇਹ ਸਭ ਖਰਚਿਆਂ ਦੇ ਵਿੱਚ ਪਏ ਹੋ ਤੇ ਕਿਸਾਨਾਂ ਦੀ ਸਿਰਫ ਰੋਟੀ ਖਾਣ ਦੇ ਉੱਪਰ ਜਾਂ 10 ਮਿੰਟ ਏਸੀ ਅੱਗੇ ਰੈਸਟ ਕਰਨ ਦੇ ਵਿੱਚ ਹੀ ਸਵਾਲ ਕਿਉਂ ਉਠਾਇਆ ਜਾ ਰਿਹਾ ਹੈ? ਤੇ ਮੋਦੀ ਮੀਡੀਆ ਜਿਹੜਾ ਹੈਗਾ ਇਹ ਸੱਚਾਈ ਕਿਉਂ ਨਹੀਂ ਦਿਖਾਉਂਦਾ, ਸੱਚਾਈ ਦੇ ਉੱਪਰ ਕਿਉਂ ਨਹੀਂ ਬੋਲਦਾ? ਤੇ ਕੱਲ ਦੇ ਜਿੱਦਾਂ ਕਿ ਅਰੁਣਾ ਜੀ ਨੇ ਵੀ ਐਕਸਪਲੇਨ ਕੀਤਾ, ਸਾਡੇ ਸਾਰੇ ਯੁਵਾ ਲੀਡਰਸ ਨੇ ਵੀ ਐਕਸਪਲੇਨ ਕੀਤਾ ਕਿ ਕੱਲ ਦਾ ਜਿਹੜਾ ਪ੍ਰੋਗਰਾਮ ਸੀਗਾ ਉਹ ਵਧੀਆ ਰਿਹਾ, ਸਫਲ ਰਿਹਾ। ਕੁਝ ਜਗ੍ਹਾ ਤੇ ਲਾਠੀ ਚਾਰਜ ਵੀ ਹੋਇਆ, ਕਿਸਾਨਾਂ ਨੂੰ ਬਹੁਤ ਕੁਝ ਸਹਿਣਾ ਵੀ ਪਿਆ, ਪਰ ਫਿਰ ਵੀ ਉਹਨਾਂ ਦੇ ਹੌਸਲੇ ਬੜੇ ਬੁਲੰਦ ਸੀ। ਮੈਂ ਤਾਂ ਬਜ਼ੁਰਗ ਮਾਤਾਵਾਂ ਵੀ ਦੇਖੀਆਂ, ਸਵੇਰੇ ਸਵੇਰੇ ਮੈਨੂੰ ਵੀਡੀਓਜ਼ ਆਈ ਤੇ ਜਿਹੜੀਆਂ ਬਜ਼ੁਰਗ ਮਾਤਾਵਾਂ ਘੱਟ ਤੋਂ ਘੱਟ 80-85 ਦੇ ਏਜ ਹੋਣਗੇ, ਜਿਹੜੇ ਕਿ ਕਿਸਾਨਾਂ ਦੇ ਅੱਗੇ ਹੋ ਕੇ ਚੱਲ ਨਹੀਂ ਰਹੇ ਸੀ, ਦੌੜ ਰਹੇ ਸੀ। ਸੋ ਦਾਦ ਦੇਣੀ ਬਣਦੀ ਹੈ। ਮਾਈ ਭਾਗੋ ਵਰਗੀਆਂ ਬੀਬੀਆਂ ਸਾਡੇ ਵਿੱਚ ਹਜੇ ਵੀ ਮੌਜੂਦ ਨੇ,
ਤੇ ਸੂਰਵੀਰ ਜੁਵਾ ਨੇਤਾ ਜਿਹੜੇ ਅੱਗੇ ਹੋ ਕੇ ਇਸ ਕੰਮ ਨੂੰ ਸਫਲ ਕਰਨ ਦੇ ਵਿੱਚ ਆਪਣਾ ਸਾਥ ਨਿਭਾ ਰਹੇ ਨੇ, ਉਹਨਾਂ ਦੀ ਸਾਰਿਆਂ ਦੀ ਤੁਹਾਡੀ ਸਫਲਤਾ ਜਿਹੜੀ ਹੈ ਇੱਕ ਦਿਨ ਜ਼ਰੂਰ ਰੰਗ ਲੈ ਕੇ ਆਏਗੀ। ਤੇ ਫਿਰ ਮਿਲਾਂਗੇ ਆਪਾਂ ਸਾਰੇ ਅਗਲੇ ਹਾਲਾਤ ਜਾਣਨ ਦੇ ਲਈ ਜਲਦੀ ਹੀ। ਪਰ ਜਿੰਨੇ ਵੀ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਜਾਂ ਜਿਨ੍ਹਾਂ ਨੇ ਦੇਖਿਆ ਹੈ ਜਾਂ ਬਾਅਦ ਵਿੱਚ ਦੇਖਣਗੇ, ਮੈਂ ਰਿਕੁਐਸਟ ਕਰਦੀ ਹਾਂ ਕਿ ਚੰਗੇ ਪ੍ਰੋਗਰਾਮ ਦੇਖਿਆ ਕਰੋ, ਚੰਗੇ ਪ੍ਰੋਗਰਾਮ ਸ਼ੇਅਰ ਕਰਿਆ ਕਰੋ। ਗੋਦੀ ਮੀਡੀਆ ਵਾਲੇ ਤੁਸੀਂ ਪ੍ਰੋਗਰਾਮ ਸ਼ੇਅਰ ਕਰਦੇ ਹੋ, ਤੁਸੀਂ ਕਹਿੰਦੇ ਹੋ ਕਿ ਸਾਨੂੰ ਚੰਗਾ ਨਹੀਂ ਲੱਗਿਆ ਇਸ ਕਰਕੇ ਸ਼ੇਅਰ ਕੀਤਾ, ਉਹ ਤੁਹਾਨੂੰ ਚੰਗਾ ਤੁਸੀਂ ਸ਼ੇਅਰ ਕੀਤਾ, ਉਹਨਾਂ ਦੀ ਪਬਲਿਸਿਟੀ ਹੋ ਗਈ। ਸੋ ਉਹ ਗੋਦੀ ਮੀਡੀਆ ਦੇ ਪ੍ਰੋਗਰਾਮ ਨੂੰ ਸ਼ੇਅਰ ਕਰਨ ਤੋਂ ਬਚਿਆ ਕਰੋ। ਤੁਸੀਂ ਇੱਕ ਫਰੈਂਡ ਨੂੰ ਕਰਦੇ ਹੋ, ਦੋ, ਉਹ ਪਬਲਿਸਿਟੀ ਤਾਂ ਉਹਨਾਂ ਦੀ ਜਾ ਰਹੀ ਹੈ ਤੇ ਤੁਸੀਂ ਵੀ ਇੱਕ ਹਿਸਾਬ ਦੇ ਨਾਲ ਉਹਨਾਂ ਦੇ ਵਿੱਚ ਸ਼ਾਮਿਲ ਹੋ ਜਾਂਦੇ ਹੋ। ਫਿਰ ਗੋਦੀ ਮੀਡੀਆ ਦੇ ਵਿੱਚ ਅਗਰ ਤੁਸੀਂ ਉਹਨਾਂ ਦੀ ਪਬਲਿਸਿਟੀ ਕਰ ਰਹੇ ਹੋ, ਤੁਸੀਂ ਇੱਥੇ ਬੜੇ ਸੋਹਣੇ ਸੋਹਣੇ ਜਰਨਲਿਸਟ ਸਾਡੇ ਦੇਖੋ, ਅਰੁਣਾ ਜੀ ਬੜਾ ਅੱਛਾ ਇਹਨਾਂ ਦਾ ਚੈਨਲ ਹੈਗਾ 24 ਕਿਸਾਨ 24 ਆਵਰਸ। ਸੋ ਇਹਨਾਂ ਦੇ ਪ੍ਰੋਗਰਾਮ ਦੇਖੋ। ਹੋਰ ਮੇਰੇ ਕਈ ਇਹੋ ਜਿਹੇ ਵੀਰ ਹੈਗੇ ਨੇ ਜਿਹੜੇ ਅੱਛੇ ਮੀਡੀਆ ਨਾਲ ਕੰਮ ਕਰ ਰਹੇ ਨੇ, ਅੱਛਾ ਦਿਖਾ ਰਹੇ ਨੇ, ਉਹਨਾਂ ਨੂੰ ਸ਼ੇਅਰ ਕਰੋ ਤਾਂ ਕਿ ਪੋਜ਼ਿਟਿਵਿਟੀ ਜਾਏ। ਨੈਗੇਟਿਵਿਟੀ ਉਹ ਪ੍ਰੋਗਰਾਮ ਨੂੰ ਇਹ ਕਹਿ ਕੇ ਕਦੀ ਨਹੀਂ ਸ਼ੇਅਰ ਕਰਨਾ ਕਿ ਹਾਂਜੀ ਇਹ ਮਾੜੇ ਕੰਮ ਨੇ, ਦੇਖੋ ਜੀ ਤਾਂ ਅਸੀਂ ਕਰ ਰਹੇ ਹਾਂ, ਇਹ ਮਾੜਾ ਕੰਮ ਉਹਨਾਂ ਨੇ ਕੀਤਾ, ਉਹ ਪਬਲਿਸਿਟੀ ਹੈ ਉਹਨਾਂ ਦੀ। ਤੇ ਇਹੋ ਜਿਹੀ ਜਿਹੜੀ ਚੀਜ਼ਾਂ ਨੇ ਉਹ ਨੈਗੇਟਿਵਿਟੀ ਫੈਲਾਉਂਦੀਆਂ ਨੇ। ਤੇ ਹਮੇਸ਼ਾ ਚੰਗੀ ਸੋਚ ਦੇ ਨਾਲ ਚੰਗੇ ਪ੍ਰੋਗਰਾਮ ਸ਼ੇਅਰ ਕਰੋ ਤਾਂ ਕਿ ਚੰਗਾ ਅਸਰ ਹੋਵੇ। ਤੇ ਕੱਲ ਦੇ ਅੰਦੋਲਨ ਤੋਂ ਬਾਅਦ ਲੱਗ ਰਿਹਾ ਕਿ ਕਿਸਾਨ ਆਪਾਂ ਨੂੰ ਅਵਤਾਰ ਸਿੰਘ ਜੀ ਨੇ ਦੱਸਿਆ ਤੇ ਮੈਂ ਨਿਊਜ਼ ਵੀ ਪੜ੍ਹਿਆ ਹੈ ਕਿ ਸਰਕਾਰ ਇੱਕ ਕਿਸਮ ਦੇ ਨਾਲ ਹਿੱਲ ਗਈ ਹੈ ਤੇ ਜਲਦੀ ਹੀ ਉਮੀਦ ਹੈ ਕਿ ਕੋਈ ਮਸਲੇ ਦਾ ਜਿਹੜਾ ਹੱਲ ਨਿਕਲੇਗਾ। ਸੋ ਇਸੇ ਦੇ ਨਾਲ ਆਪਾਂ ਪ੍ਰੋਗਰਾਮ ਖਤਮ ਕਰਦੇ ਹਾਂ। ਸਾਰਿਆਂ ਦਾ ਧੰਨਵਾਦ, ਵੇਖਣ ਵਾਲੇ ਦਰਸ਼ਕਾਂ ਦਾ ਵੀ ਤੇ ਬਾਅਦ ਚ ਵੇਖਣ ਵਾਲੇ ਤੇ ਸ਼ੇਅਰ ਕਰਨ ਵਾਲਿਆਂ ਦਾ ਵੀ। ਅਵਤਾਰ ਜੀ, ਅਰੁਣਾ ਜੀ, ਸੁਰਿੰਦਰ ਜੀ, ਅਰੋਮਾ ਜੀ, ਰਾਜਵਿੰਦਰ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਫਿਰ ਮਿਲਾਂਗੇ ਫਿਰ ਨਵੀਂ ਜਾਣਕਾਰੀ ਦੇ ਨਾਲ, ਫਿਰ ਕਿਸਾਨਾਂ ਦਾ ਜੋ ਵੀ ਮਸਲਾ ਹੋਇਆ ਦਰਸ਼ਕਾਂ ਨੂੰ ਦਿਖਾਉਣ ਦੇ ਲਈ। ਇਸ ਵੇਲੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਜੁੜੇ ਰਹਿਣਾ ਆਪਣੀ ਕਲਾਮਾਂ ਦੇ ਨਾਲ। ਪ੍ਰੀਤਨਾਮਾ ਟੀਵੀ ਨਾਲ ਜੁੜਨ ਲਈ ਤੇ ਆਪਣੇ ਕਾਰੋਬਾਰ ਸੰਬੰਧੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ preetnamausa@gmail.com।